ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫੇਰ ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ ਤੇ ਅੱਜ ਦੇ ਸਾਡੇ ਮਹਿਮਾਨ ਹੋਣਗੇ ਅਮਨਦੀਪ ਕੌਰ ਜੀ, ਹੈਲਥ ਕੋਚ ਅਮਨਦੀਪ ਕੌਰ ਜੀ, ਜਿਨ੍ਹਾਂ ਤੋਂ ਆਪਾਂ ਇਹ ਜਾਣਾਂਗੇ ਕਿ ਅੱਜ ਕੱਲ੍ਹ ਜਿਹੜੇ ਧੜਾ ਧੜ ਜਿਹੜੇ ਗੋਲ ਬਲੈਡਰ ਸਟੋਨਸ ਹੋ ਰਹੇ ਨੇ, ਜਿਹੜੇ ਪੱਥਰੀਆਂ ਬਣ ਰਹੀਆਂ ਨੇ, ਉਸ ਤੋਂ ਬਾਅਦ ਗੋਲ ਬਲੈਡਰ ਜਿਹੜੇ ਕਢਾ ਲਏ ਜਾਂਦੇ ਨੇ, ਗੋਲ ਬਲੈਡਰ ਰਿਮੂਵ ਹੋਣ ਤੋਂ ਬਾਅਦ ਕੀ ਉਸ ਤੋਂ ਬਾਅਦ ਵੀ ਅੱਗੇ ਚੱਲ ਕੇ ਸਮੱਸਿਆ ਦਾ ਹੱਲ ਹੋ ਜਾਂਦਾ ਜਾਂ ਫਿਰ ਇਹ ਕੁਝ ਹੋਰ ਵੱਡੀਆਂ ਬਿਮਾਰੀਆਂ ਨੂੰ ਅੱਗੇ ਜਨਮ ਦਿੰਦਾ। ਗੋਲ ਬਲੈਡਰ ਰਿਮੂਵ ਹੋਣ ਤੋਂ ਬਾਅਦ ਐਸਿਡ ਬਣਨਾ, ਗੈਸ ਬਣਨਾ, ਇਹ ਪ੍ਰੋਬਲਮ ਤਾਂ ਜਿਹੜੀ ਆਮ ਸੁਣਨ ਨੂੰ ਮਿਲਦੀ ਹੈ। ਕੀ ਗੋਲ ਬਲੈਡਰ ਰਿਮੂਵ ਹੋਣ ਦੇ ਨਾਲ ਕੋਈ ਅਜਿਹੀ ਵੱਡੀ ਹੋਰ ਸਮੱਸਿਆ ਵੀ ਆ ਜਾਂਦੀ ਹੈ ਜਿਹੜੀ ਕਿ ਸਾਡੀ ਲਈ ਇੱਕ ਜੀ ਦਾ ਜੰਜਾਲ ਬਣ ਜਾਂਦੀ ਹੈ? ਬਹੁਤ ਲੋਕਾਂ ਨੂੰ ਨਹੀਂ ਪਤਾ। ਅੱਜ ਜਿਹੜੀ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਇਹ ਉਸ ਦੇ ਨਾਲ ਜੁੜੀ ਹੋਈ ਵਿਚਾਰ ਚਰਚਾ ਤੇ ਗੋਲ ਬਲੈਡਰ ਰਿਮੂਵ ਕਰਾਉਣ ਜਾਣੇ ਲੋਕਾਂ ਨੂੰ ਜਿਹੜਾ ਸਾਵਧਾਨ ਹੋ ਜਾਣਾ ਚਾਹੀਦਾ। ਅਮਨਦੀਪ ਜੀ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਜੀ, ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਕਿ ਪਿੱਤੇ ਦੀ ਪੱਥਰੀ ਜਿਹੜੀ ਹੈ ਉਹ ਇੱਕ ਵੱਡੀ ਸਮੱਸਿਆ ਬਣ ਚੁੱਕੀ ਆਪਣੇ ਪੰਜਾਬ ਰੀਜਨ ਦੇ ਵਿੱਚ, ਖਾਸ ਕਰਕੇ ਆਪਾਂ ਗੱਲ ਕਰੀਏ, ਕਿਉਂਕਿ ਕੈਮੀਕਲ ਰੂਪੀ ਜਿਹੜੀ ਹੈ ਉਹ ਆਪਾਂ ਕੈਲਸ਼ੀਅਮ ਦੜਾ ਦੜ ਅੰਦਰ ਭੇਜੀ ਜਾ ਰਹੇ ਹਾਂ ਅਤੇ ਹੱਡੀਆਂ ਦੀ ਕਮੀ, ਹੱਡੀਆਂ ਦੇ ਵਿੱਚ ਜਿਹੜੀ ਕਮਜ਼ੋਰੀ ਹੈ ਉਹ ਬਹੁਤ ਵੱਡੇ ਲੈਵਲ 'ਤੇ ਹੋ ਰਹੀ ਹੈ। ਉਹਦੇ ਪਿੱਛੇ ਹੋਰ ਬਹੁਤ ਸਾਰੇ ਪਾਣੀ ਅਜਿਹਾ ਪੀ ਰਹੇ ਹਾਂ ਜਿਹੜਾ ਕਿ ਹੱਡੀਆਂ ਨੂੰ ਕਮਜ਼ੋਰ ਕਰ ਰਿਹਾ, ਉਹਦੇ ਵਿੱਚੋਂ ਮਿਨਰਲਸ ਨਿਕਲ ਰਹੇ ਨੇ ਬਾਹਰ। ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਆਪਾਂ ਧੁੱਪੇ ਨਿਕਲਣਾ ਬੰਦ ਕਰ ਦਿੱਤਾ ਹੈਗਾ, ਅੰਦਰ ਬੈਠੇ ਰਹਿੰਦੇ ਹਾਂ, ਹੈ ਨਾ। ਇਹਦੇ ਪਿੱਛੇ ਹੋਰ ਬਹੁਤ, ਜਦੋਂ ਇਹ ਚੀਜ਼ਾਂ ਦੀ ਕਮੀ ਆਉਂਦੀ ਹੈ ਤਾਂ ਫਿਰ ਜਿਹੜਾ ਆਪਣਾ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ, ਪਲੱਸ ਦੂਜਾ ਕਮੀ ਆ ਜਾਂਦੀ ਹੈ। ਦੁੱਧ ਜ਼ਿਆਦਾ ਪੀਂਦੇ ਹਾਂ, ਪੰਜਾਬ ਰੀਜਨ 'ਚ ਦੁੱਧ ਜ਼ਿਆਦਾ ਆਪਾਂ ਪੀ ਰਹੇ ਹੈਗੇ ਹਾਂ। ਦੁੱਧ ਪੀਂਦੇ ਹਾਂ ਤਾਂ ਉਹ ਉਲਟਾ ਆਪਣੇ ਅੰਦਰੋਂ ਕੈਲਸ਼ੀਅਮ ਖਿੱਚ ਕੇ ਲੈ ਜਾਂਦਾ ਕਿਉਂਕਿ ਉਹ ਐਸਿਡ ਬਣਾਉਂਦਾ ਹੈਗਾ। ਤਾਂ ਇਹ ਗੋਲ ਬਲੈਡਰ ਜਿਹੜੇ ਆ ਸਟੋਨ ਬਣ ਰਹੇ ਨੇ। ਗੋਲ ਬਲੈਡਰ ਸਟੋਨ ਬਣਨ ਤੋਂ ਬਾਅਦ, ਪਿੱਤੇ ਦੇ ਪੱਥਰੀ ਬਣਨ ਤੋਂ ਬਾਅਦ ਉਹਨੂੰ ਕਢਵਾਉਣਾ ਹੀ ਇੱਕ ਮਾਡਰਨ ਮੈਡੀਕਲ ਸਾਇੰਸ ਦਾ ਜਿਹੜਾ ਇੱਕ ਉਹਨਾਂ ਦਾ ਰੈਮੇਡੀ ਹੈ ਵੀ ਇਹਨੂੰ ਕੱਢ ਦਿੱਤਾ ਜਾਵੇ, ਪਿੱਤਾ ਹੀ ਕੱਢ ਦਿੱਤਾ ਜਾਵੇ। ਕੀ ਪਿੱਤਾ ਕੱਢ ਦਿੱਤੇ ਜਾਣ ਤੋਂ ਬਾਅਦ ਅੰਦਰ ਦੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਨੇ? ਮੈਂ ਤਾਂ ਇੱਥੋਂ ਤੱਕ ਵੀ ਸੁਣਿਆ ਕਿ ਜਿਹੜੀ ਹੈ ਉਹ ਵਿਟਾਮਿਨ ਡੀ ਜਿਹੜੀ ਹੈ ਉਹਦਾ ਸੰਬੰਧ ਜਿਹੜਾ ਪਿੱਤੇ ਦੀ ਪੱਥਰੀ ਦੇ ਨਾਲ ਇੱਕ ਬਹੁਤ ਵੱਡਾ ਸੰਬੰਧ ਹੈ। ਹਾਂਜੀ, ਦੇਖੋ, ਜਦੋਂ ਕਿਸੇ ਦੇ ਗਾਲ ਸਟੋਨਸ ਹੁੰਦੇ ਆ ਉਹਦਾ ਇੱਕੋ ਹੀ ਆਲਟਰਨੇਟਿਵ ਹੈ ਕਿ ਉਹਨੂੰ, ਮਤਲਬ ਕਿ ਇੰਗਲਿਸ਼ ਥੈਰੇਪੀ 'ਚ ਜਿਹੜੇ ਆਪਾਂ ਐਲੋਪੈਥੀ 'ਚ ਕਰਦੇ ਕਿ ਸਰਜੀਕਲੀ ਆਪਾਂ ਗੋਲ ਬਲੈਡਰ ਨੂੰ ਕੱਢ ਦਈਏ, ਪਰ ਅਸਲੀ ਪ੍ਰੋਬਲਮਸ ਉਸ ਤੋਂ ਬਾਅਦ ਸ਼ੁਰੂ ਹੁੰਦੀਆਂ। ਦੇਖੋ, ਅਗਰ ਕਿਸੇ ਦੇ ਗੋਲ ਬਲੈਡਰ 'ਚ ਸਟੋਨਸ ਬਣੇ ਆ, ਇਹਦਾ ਮਤਲਬ ਵੀ ਕੋਈ ਇੰਡੀਕੇਟਰ ਹੈ ਕਿ ਬਾਡੀ 'ਚ ਕੁਛ ਗਲਤ ਚੱਲ ਰਿਹਾ, ਠੀਕ ਹੈ। ਤਾਂ ਉਹਨੂੰ ਆਪਾਂ ਕਰੈਕਟ ਕਰਨ ਦੀ ਬਜਾਏ ਆਪਾਂ ਗੋਲ ਬਲੈਡਰ ਕੱਢ ਦਿੰਦੇ ਹਾਂ, ਉਹ 'ਚੋਂ ਹੋਰ ਪ੍ਰੋਬਲਮਸ ਸ਼ੁਰੂ ਹੁੰਦੀਆਂ। ਦੇਖੋ, ਜਿਹੜਾ ਗੋਲ ਬਲੈਡਰ ਹੈ ਇਹ ਆਪਣੇ ਵਿਟਾਮਿਨ ਡੀ ਨੂੰ ਐਬਜ਼ੋਰਬ ਕਰਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਜਦੋਂ ਆਪਾਂ ਗੋਲ ਬਲੈਡਰ ਕੱਢਤਾ, ਵਿਟਾਮਿਨ ਡੀ ਐਬਜ਼ੋਰਬ ਨਹੀਂ ਹੋਏਗਾ, ਉਸ ਤੋਂ ਬਾਅਦ ਬਾਡੀ 'ਚ ਹੋਰ ਪ੍ਰੋਬਲਮਸ ਆਉਣਗੀਆਂ। ਵਿਟਾਮਿਨ ਡੀ ਦੀ ਕਮੀ ਦੇ ਨਾਲ ਪ੍ਰੋਬਲਮਸ ਆਉਂਦੀਆਂ, ਜਿਵੇਂ ਕਿ ਹੱਡੀਆਂ ਦਾ ਕਮਜ਼ੋਰ ਹੋਣਾ, ਆਪਾਂ ਨੂੰ ਪਤਾ ਹੀ ਹੈ, ਠੀਕ ਹੈ ਨਾ। ਫਿਰ ਤੁਸੀਂ ਜਿੰਨਾ ਮਰਜ਼ੀ ਕੈਲਸ਼ੀਅਮ ਖਾਈ ਜਾਓ, ਉਹ ਕੈਲਸ਼ੀਅਮ ਸਗੋਂ ਤੁਹਾਡੇ ਡਿਪੋਜ਼ਿਟ ਹੋਈ ਜਾਏਗਾ, ਉਹ ਸਹੀ ਜਗ੍ਹਾ 'ਤੇ ਜਾਏਗਾ ਨਹੀਂ। ਵਿਟਾਮਿਨ ਡੀ ਬਹੁਤ ਜ਼ਰੂਰੀ ਹੈ ਆਪਣੀਆਂ ਸਟਰੋਂਗ ਬੋਨਸ ਦੇ ਲਈ, ਇਕੱਲਾ ਕੈਲਸ਼ੀਅਮ ਜ਼ਰੂਰੀ ਨਹੀਂ ਹੈਗਾ। ਉਸ ਤੋਂ ਬਾਅਦ ਲੋਕਾਂ ਨੂੰ ਡਿਪਰੈਸ਼ਨ ਹੋ ਜਾਂਦਾ ਹੈ ਜੇ ਵਿਟਾਮਿਨ ਡੀ ਦੀ ਕਮੀ ਹੋਏ। ਵਿਟਾਮਿਨ ਡੀ ਦੀ ਕਮੀ ਨਾਲ ਬੈਕਟੀਰੀਆ, ਵਾਇਰਸ ਨਾਲ ਫਾਈਟ ਕਰਨ ਦੀ ਜਿਹੜੀ ਆਪਣੀ ਇਮਿਊਨਿਟੀ ਹੈ ਉਹ ਡਾਊਨ ਹੋ ਜਾਂਦੀ ਹੈ। ਆਟੋ ਇਮਿਊਨ ਪ੍ਰੋਬਲਮਸ ਵੱਧ ਜਾਂਦੀਆਂ। ਜਿੰਨੀਆਂ ਵੀ ਆਟੋ ਇਮਿਊਨ ਪ੍ਰੋਬਲਮਸ ਹੈ, 90% ਉਹ ਪ੍ਰੋਬਲਮਸ ਹੈ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਕਰਕੇ। ਅੱਛਾ, ਵਿਟਾਮਿਨ ਡੀ ਜਿਹੜਾ ਹੈ ਉਹ ਤੁਸੀਂ ਗੱਲ ਕੀਤੀ ਹੈ ਗੋਲ ਬਲੈਡਰ, ਹੁਣ ਮੰਨ ਲਓ ਵੀ ਜਿੰਨੇ ਵੀ ਬੰਦੇ ਗੋਲ ਬਲੈਡਰ ਜਿਨ੍ਹਾਂ ਦਾ ਨਿਕਲਿਆ ਹੋਏਗਾ ਉਹਨਾਂ ਨੂੰ ਵਿਟਾਮਿਨ ਡੀ ਦੀ ਕਮੀ ਹੋਏਗੀ? ਜ਼ਰੂਰ ਹੋਏਗੀ, ਬਿਲਕੁਲ ਹੋਏਗੀ, ਕਿਉਂਕਿ ਜਿਹੜਾ ਗੋਲ ਬਲੈਡਰ ਹੈ ਉਹਦਾ ਕੰਮ ਹੈ ਕੋਈ ਵੀ ਜਿਹੜੀ ਫੈਟ ਵਾਲੀ ਚੀਜ਼ ਨੂੰ ਬ੍ਰੇਕ ਕਰਨਾ। ਵਿਟਾਮਿਨ ਏ, ਈ, ਡੀ, ਇਹ ਵਿਟਾਮਿਨਸ ਹੈ ਜਿਹੜੇ ਫੈਟ ਸੋਲੂਬਲ ਹੈ, ਇਹਨਾਂ ਨੂੰ ਸਿਰਫ ਗੋਲ ਬਲੈਡਰ ਹੀ ਬ੍ਰੇਕ ਕਰ ਸਕਦਾ। ਅਤੇ ਜਦੋਂ ਗੋਲ ਬਲੈਡਰ ਹੈ ਹੀ ਨਹੀਂ ਤਾਂ ਉਹ ਵਿਟਾਮਿਨ ਡੀ ਦੀ ਕਮੀ ਆਏਗੀ ਹੀ ਆਏਗੀ। ਉਹਦੇ ਲਈ ਹਾਂ ਕੋਈ ਹੋਰ ਬਾਇਲ ਸੌਲਟਸ ਲੈਣੇ ਪੈਂਦੇ ਆ ਆਰਟੀਫਿਸ਼ੀਅਲ ਉਹ ਬੰਦੇ ਨੂੰ, ਪਰ ਆਈ ਡੋਂਟ ਥਿੰਕ ਕਿ ਕਿਸੇ ਨੂੰ ਇੰਨੀ ਨੌਲੇਜ ਹੈਗੀ ਹੈ ਕਿ ਅਸੀਂ ਉਹ ਵੀ ਲੈਣਾ। ਵਿਟਾਮਿਨ ਡੀ ਅਗਰ ਉਹ ਲਈ ਵੀ ਜਾਣਗੇ ਉਹਨੂੰ ਇੰਨਾ ਫਾਇਦਾ ਹੋਊਗਾ ਨਹੀਂ। ਜਿਹੜੇ ਜਿਨ੍ਹਾਂ ਦੇ ਗੋਲ ਬਲੈਡਰ ਨਿਕਲਿਆ ਹੋਇਆ ਉਹ ਫਿਰ ਜੇ ਧੁੱਪ 'ਚ ਬੈਠਣਾ ਸ਼ੁਰੂ ਕਰਨ ਉਹਨਾਂ ਨੂੰ ਫਾਇਦਾ ਤਾਂ ਹੋਏਗਾ ਹੀ। ਧੁੱਪ 'ਚ ਤਾਂ ਹਮੇਸ਼ਾ ਬੈਠਣ ਦਾ ਫਾਇਦਾ ਹੈਗਾ ਹੀ ਹੈ, ਠੀਕ ਹੈ। ਪਰ ਜਦੋਂ ਆਪਾਂ ਵਿਟਾਮਿਨ ਡੀ ਨੂੰ ਆਪਣੀ ਬਾਡੀ 'ਚ ਕਿਸੇ ਵੀ ਤਰੀਕੇ ਨਾਲ ਐਬਜ਼ੋਰਬ ਕਰਾਉਣਾ ਹੈ, ਉਹਦੇ ਲਈ ਵਿਟਾਮਿਨ K2 ਬਹੁਤ ਜ਼ਰੂਰੀ ਹੈ। ਔਰ ਸਪੈਸ਼ਲੀ ਜਦੋਂ ਜਿਨ੍ਹਾਂ ਦਾ ਗੋਲ ਬਲੈਡਰ ਨਿਕਲਿਆ ਹੋਇਆ ਉਹਨਾਂ ਨੂੰ ਵਿਟਾਮਿਨ ਡੀ ਸੂਰਜ ਦੇ ਨਾਲ ਲੈਣ ਨਾਲ ਹੀ ਕਾਫੀ ਨਹੀਂ ਹੋਊਗਾ, ਉਹਨਾਂ ਨੂੰ ਐਡੀਸ਼ਨਲ ਸਪਲੀਮੈਂਟਸ ਵੀ ਲੈਣੇ ਪੈਣਗੇ ਅਤੇ ਉਹਨਾਂ ਨੂੰ ਬਾਇਲ ਸਾਲਟ ਵੀ ਲੈਣੇ ਪੈਣਗੇ। ਉਹ ਤਾਂ ਹੀ ਜਾ ਕੇ ਉਹਨਾਂ ਦੀ ਬਾਡੀ ਨੂੰ ਬ੍ਰੇਕ ਕਰ ਪਾਏਗੀ। ਅਤੇ K2 ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ
ਬਹੁਤ ਸਾਰੇ ਕਲਾਇੰਟਸ ਦੇ ਪੇਸ਼ੈਂਟਸ ਦੇ ਅਸੀਂ ਦੇਖਦੇ ਹਾਂ ਕਿ ਡਾਕਟਰਸ ਨੇ D3 ਰეკਮੈਂਡ ਕੀਤਾ ਹੋਇਆ ਕਿਉਂਕਿ 60% ਵਰਲਡ ਦੀ ਪਾਪੂਲੇਸ਼ਨ ਵਿਟਾਮਿਨ ਡੀ 'ਚ ਡੈਫੀਸ਼ੀਐਂਟ ਹੈ। ਹੁਣ ਜਦੋਂ ਇਕੱਲਾ D3 ਲਈ ਜਾਂਦੇ ਆ ਤਾਂ ਉਹ ਕੈਲਸ਼ੀਅਮ ਹੈ ਜਿਹੜਾ ਉਹ ਬਲੱਡ ਫਲੋ 'ਚ ਰਹਿ ਜਾਂਦਾ ਹੈ, ਠੀਕ ਹੈ। ਉਹ ਜੋ ਬਲੱਡ ਫਲੋ 'ਚ ਰਹੇਗਾ ਉਹ ਜਾਂ ਤੁਹਾਡੇ ਸੌਫਟ ਟਿਸ਼ੂਜ਼ ਜਾ ਕੇ ਜੰਮ ਜਾਏਗਾ ਜਾਂ ਤੁਹਾਡੀਆਂ ਆਰਟਰੀਜ਼ 'ਚ ਜੰਮ ਜਾਏਗਾ। ਹਾਂਜੀ, ਉਹ ਹਾਰਡ ਕਰ ਦਿੰਦਾ ਆਰਟਰੀਜ਼ ਨੂੰ, ਤਾਂ ਉਹਦੇ ਨਾਲ ਹੋਰ ਹੈਲਥ ਪ੍ਰੋਬਲਮਸ ਆਉਂਦੀਆਂ। ਅਤੇ K2 ਹੈ ਜਿਹੜਾ ਕਿ ਉਹ ਜਿਹੜਾ ਵੀ ਕੈਲਸ਼ੀਅਮ ਹੈ ਉਹਨੂੰ ਡਾਇਰੈਕਟ ਕਰਦਾ, ਬੇਸਿਕਲੀ ਇਹ ਚੈਨਲ ਕਰਦਾ ਆਪਣੀ ਬੋਨਸ ਵੱਲ। ਤੋ D3 ਅਤੇ K2 ਲੈਣ 'ਤੇ ਜਿਹਨਾਂ ਦੇ ਗੋਲ ਬਲੈਡਰ ਨਿਕਲਿਆ ਹੋਇਆ ਉਹਨਾਂ ਨੂੰ ਬਾਇਲ ਸੌਟਸ ਦੀ ਬਹੁਤ ਜ਼ਿਆਦਾ ਲੋੜ ਹੈ। ਥੋੜ੍ਹਾ ਜਿਹਾ ਵਿਟਾਮਿਨ ਡੀ ਦੀ ਤੁਸੀਂ ਕਾਫੀ ਰੋਲ ਦੱਸਤਾ, ਬੋਡੀ ਦੇ ਅੰਦਰ ਕੀ ਕੀ ਰੋਲ ਕਿੱਥੇ ਕਿੱਥੇ ਅਦਾ ਕਰ ਰਿਹਾ ਵਿਟਾਮਿਨ ਡੀ? ਇਹ ਥੋੜ੍ਹਾ ਦੱਸਤਾ, ਮੈਂ ਤਾਂ ਸੁਣਿਆ ਹਾਰਮੋਨ ਹੁੰਦਾ। ਦੇਖੋ ਜਿਹੜਾ ਵਿਟਾਮਿਨ ਡੀ ਹੈਗਾ ਇਹ ਜਿਵੇਂ ਮੈਂ ਪਹਿਲਾਂ ਹੀ ਕਿਹਾ ਬਹੁਤ ਜ਼ਿਆਦਾ ਜ਼ਰੂਰੀ ਹੈ, ਆਪਣੀ ਇਮਿਊਨਿਟੀ ਵਾਸਤੇ ਬਹੁਤ ਜ਼ਰੂਰੀ ਹੈ, ਆਪਣੀਆਂ ਬੋਨਸ ਵਾਸਤੇ ਬਹੁਤ ਜ਼ਰੂਰੀ ਹੈ, ਆਪਣੀ ਬੋਨਸ ਵਾਸਤੇ ਜਿਵੇਂ ਚਲੋ ਉਹ ਤਾਂ ਹੈ ਹੀ ਹੈ, ਮੂਡ ਇਨਹੈਂਸਮੈਂਟ ਲਈ ਬਹੁਤ ਜ਼ਰੂਰੀ ਹੈ। ਤੁਸੀਂ ਦੇਖਿਆ ਹੋਏਗਾ ਜਿਵੇਂ ਹੁਣ ਜਨਵਰੀ ਦਾ ਪੂਰਾ ਮਹੀਨਾ ਮੀਂਹ ਪੈਂਦਾ ਰਿਹਾ, ਬੱਦਲ ਸੀਗੇ ਜਾਂ ਧੁੱਪ ਨਹੀਂ ਨਿਕਲੀ, ਜਿਸ ਦਿਨ ਸੂਰਜ ਨਿਕਲਦਾ ਸਭ ਨੂੰ ਬਹੁਤ ਚੰਗਾ ਲੱਗਦਾ ਹੈ, ਬਾਹਰ ਬੈਠਦੇ ਹੈ ਨਾ, ਕਿਉਂਕਿ ਨੈਚੁਰਲੀ ਵਿਟਾਮਿਨ ਡੀ ਜਦੋਂ ਤੁਸੀਂ ਧੁੱਪ 'ਚ ਜਾਂਦੇ ਹੋ ਤੁਹਾਡਾ ਮੂਡ ਇਨਹੈਂਸ ਕਰਦਾ ਹੈ। ਕਈ ਕੰਟਰੀਜ਼ ਹੈ ਜਿਨ੍ਹਾਂ 'ਚ 6-6 ਮਹੀਨੇ ਸੂਰਜ ਨਹੀਂ ਨਿਕਲਾ, ਜਿਵੇਂ ਹੁਣ ਇੰਗਲੈਂਡ ਹੈ, ਅੱਧੀ ਤੋਂ ਜ਼ਿਆਦਾ ਪਾਪੂਲੇਸ਼ਨ ਉਹਨਾਂ ਦੀ ਡਿਪਰੈਸ਼ਨ 'ਚ ਹੈ। ਰੀਜ਼ਨ ਕਿਉਂਕਿ ਸੂਰਜ ਨਹੀਂ ਨਿਕਲਦਾ, ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੈ ਅਤੇ ਉਹ ਡਿਪਰੈਸ਼ਨ ਵੱਲ ਲੋਕ ਜਾ ਰਹੇ ਹੈ। ਅਤੇ ਆਟੋਇਮਿਊਨ ਪ੍ਰੋਬਲਮਸ ਅੱਜ ਕੱਲ੍ਹ ਬਹੁਤ ਕਾਮਨ ਹੈ। ਇਹਦੇ ਨਾਲ ਆਟੋਇਮਿਊਨ ਡਿਸਆਰਡਰ ਕਿਹੜੇ ਕਿਹੜੇ ਹੋ ਰਹੇ ਨੇ? ਆਟੋਇਮਿਊਨ 'ਚ ਦੇਖੋ ਥਾਇਰਾਇਡ ਦੀਆਂ ਪ੍ਰੋਬਲਮਸ ਹੈਗੀਆਂ, ਨਰਵਸ ਦੀਆਂ ਪ੍ਰੋਬਲਮ ਹੈ, ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਕਰਕੇ। ਹਾਂਜੀ, ਅਤੇ ਆਟੋਇਮਿਊਨ ਪ੍ਰੋਬਲਮਸ ਦਾ ਇਲਾਜ ਹੀ ਵਿਟਾਮਿਨ ਡੀ ਹੈ। ਥਾਇਰਾਇਡ ਹੋ ਗਿਆ, ਹੋਰ ਕਿਹੜਾ ਕਰ? ਥਾਇਰਾਇਡ ਹੋ ਗਿਆ, ਨਰਵਸ ਦੀਆਂ ਪ੍ਰੋਬਲਮ ਹੈ, ਜਿੱਥੇ ਮਾਈਲਿਨ ਸ਼ੀਥ ਹੁੰਦੀ ਹੈ ਨਾ, ਆਪਣੀਆਂ ਨਰਵਸ ਹੈ ਜਿਹੜੀਆਂ ਇਹਨਾਂ 'ਤੇ ਮਾਈਲਿਨ ਸ਼ੀਥ ਹੁੰਦੀ ਹੈ, ਇੱਕ ਲੇਅਰ ਹੈ, ਪ੍ਰੋਟੈਕਟਿਵ ਲੇਅਰ ਹੈ। ਉਹ ਆਟੋਇਮਿਊਨ 'ਚ ਕੀ ਹੁੰਦਾ, ਬਾਡੀ ਉਹਨੂੰ ਅਟੈਕ ਕਰਨ ਲੱਗ ਜਾਂਦੀ ਹੈ। ਉਹ ਜਦੋਂ ਲੇਅਰ ਖਤਮ ਹੋਣ ਲੱਗ ਜਾਂਦੀ ਹੈ ਫਿਰ ਪੇਨਸ ਹੁੰਦੀਆਂ ਬਾਡੀ 'ਚ, ਟੋਲਰੇਟ ਨਹੀਂ ਹੁੰਦੀਆਂ, ਜਾਂ ਲੋਕਾਂ ਨੂੰ ਕਈ ਵਾਰ ਬੈਲੈਂਸ ਦੀ ਪ੍ਰੋਬਲਮ ਹੋ ਜਾਂਦੀ, ਉਹ ਬੈਲੈਂਸ ਨਹੀਂ ਬਣਾ ਪਾਉਂਦੇ, ਹੱਥਾਂ ਪੈਰਾਂ 'ਚ ਸੁੰਨਾਪਨ ਰਹਿਣ ਲੱਗ ਜਾਣਾ, ਨਮ ਹੋ ਜਾਂਦੇ ਹੈ। ਇਹ ਸਾਰੀਆਂ ਆਟੋਇਮਿਊਨ ਪ੍ਰੋਬਲਮਸ ਹੈ। ਪਾਰਕਿੰਸਨ ਵੀ ਇਹਦੇ 'ਚ ਆ ਜਾਂਦਾ, ਕਹਿ ਸਕਦੇ ਹੋ, ਠੀਕ ਹੈ, ਉਹਦੇ ਵਿੱਚ ਹੀ ਹੈ, ਕਿਉਂਕਿ ਵਿਟਾਮਿਨ ਡੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹਾਂਜੀ ਬੈਲੈਂਸ ਹੈ, ਕਿ ਜਿਵੇਂ ਕਈ ਲੋਕ ਹੈ ਤੁਰਦੇ ਉਹਨਾਂ ਨੂੰ ਐਂ ਲੱਗਦਾ ਕਿ ਜਿਵੇਂ ਉਹਨਾਂ ਨੂੰ ਐਂ ਲੱਗਦਾ ਡਿੱਗ ਜਾਣਗੇ, ਚੱਕਰ ਆ ਜਾਊਗਾ, ਠੀਕ ਹੈ, ਪਰ ਉਹ ਚੱਕਰ ਨਹੀਂ ਹੈ। ਦੇਖੋ ਚੱਕਰਾਂ ਦੇ ਰੀਜ਼ਨ ਹੋਰ ਵੀ ਹੋ ਸਕਦੇ ਹੈ, ਵਿਟਾਮਿਨ ਹੋਰ ਕਿਸੇ ਵਿਟਾਮਿਨ ਦੀ ਕਮੀ ਹੋ ਸਕਦੀ ਹੈ, ਜਾਂ ਸੌਲਟ ਦੀ ਕਮੀ ਹੋ ਸਕਦੀ ਹੈ, ਬਾਡੀ 'ਚ ਨਮਕ ਦੀ ਕਮੀ ਹੋ ਜਾਏ, ਪਰ ਇਹਦੇ 'ਚ ਕਿ ਉਹਨਾਂ ਨੂੰ ਐਂ ਲੱਗਦਾ ਕਿ ਚੱਕਰ ਨਹੀਂ ਆਉਂਦਾ, ਐਂ ਲੱਗਦਾ ਕਿ ਬਸ ਬੈਲੈਂਸ ਜਿਹਾ ਖਰਾਬ ਹੈ, ਕਿ ਹੈ ਨਾ, ਕਿ ਉਹ ਡਿੱਗ ਸਕਦੇ ਹੈ, ਔਰ ਉਹ ਕਈ ਹੁੰਦੇ ਵੀ ਹੈ ਡਿੱਗ ਸਕਦੇ ਹੈ ਕਿਉਂਕਿ ਉਹ ਨਰਵਸ ਡੈਮੇਜ ਹੋ ਚੁੱਕੀ ਹੈ। ਵਿਟਾਮਿਨ ਡੀ ਦੇ ਸੋਰਸ ਜਿਹੜੇ ਤੁਸੀਂ ਦੱਸ ਰਹੇ ਹੋ ਵੀ ਜਦੋਂ ਵਿਟਾਮਿਨ ਡੀ ਦੀ ਕਮੀ ਆਉਂਦੀ ਹੈਗੀ ਹੈ ਬਾਡੀ ਦੇ ਅੰਦਰ, ਤਾਂ ਕਿਹੜੇ ਕਿਹੜੇ ਜਿਹੜੇ ਉਹ ਆਪਾਂ ਬਾਡੀ ਦੇ ਅੰਦਰ ਰੋਗ ਪੈਦਾ ਹੋਣ ਲੱਗ ਜਾਂਦੇ ਹੈਗੇ ਨੇ? ਵਿਟਾਮਿਨ ਡੀ ਦਾ ਰੋਲ ਜਿਹੜਾ ਉਹ ਕੀ ਹੈਗਾ? ਹੁਣ ਆਪਾਂ ਆਈਏ ਕਿ ਵਿਟਾਮਿਨ ਡੀ ਦੇ ਜਿਹੜੇ ਆਪਾਂ ਮਤਲਬ ਜਿਹੜੇ ਪਾਊਡਰ ਸ਼ੇਪ ਦੇ ਵਿੱਚ ਜਿਹੜੇ ਸ਼ਾਰਟ ਸ਼ੇਪ ਜਿਹੜੇ ਉਹਦੇ ਲੈਂਦੇ ਹੈਗੇ ਆਪਾਂ ਉਹਦੇ ਵਿੱਚ, ਅਤੇ ਇਹ ਕੀ ਬਾਡੀ ਦੇ ਲਈ ਕਿੰਨਾ, ਕਿਉਂਕਿ ਦੁਨੀਆ, ਮੈਨੂੰ ਤਾਂ ਨਹੀਂ ਲੱਗਦਾ ਕਿ ਦੁਨੀਆ ਦੀ ਕੋਈ ਸਾਇੰਸ ਐਸੀ ਹੈਗੀ ਜਿਹੜੀ ਧੁੱਪ ਨੂੰ ਜਿਹੜੀ ਚੁੱਕ ਕੇ ਗੋਲੀ 'ਚ ਪਾ ਦੇਵੇ ਜਾਂ ਕਿਸੇ ਨੂੰ ਉਹਦੇ ਲਿਕੁਇਡ ਦੇ ਰੂਪ 'ਚ ਪਾ ਦੇ। ਕਿੰਨੇ ਕੁ ਸਹਾਈ ਹੁੰਦੇ ਨੇ? ਦੇਖੋ ਜਿਵੇਂ ਜੇ ਤੁਹਾਡਾ ਹਜੇ ਜ਼ਿਆਦਾ ਡੈਫੀਸ਼ੀਐਂਸੀ ਨਹੀਂ ਹੈਗੀ ਸਰੀਰ 'ਚ, ਇੱਕ ਸਰੀਰ ਨੂੰ ਆਪਾਂ ਕਹੀਏ ਡੇਲੀ ਦਾ ਲਗਭਗ 40,000 IU ਵਿਟਾਮਿਨ ਡੀ ਚਾਹੀਦਾ ਹੁੰਦਾ ਹੈ, ਠੀਕ ਹੈ। ਕਈ ਵਿਟਾਮਿਨਸ ਨੂੰ ਮਿਲੀਗ੍ਰਾਮਸ 'ਚ ਕਰਦੇ ਹੈ, ਇਹਦਾ ਯੂਨਿਟ ਥੋੜ੍ਹਾ ਡਿਫਰੈਂਟ ਹੁੰਦਾ, ਇਹਨੂੰ IU 'ਚ ਕਰਦੇ ਇੰਟਰਨੈਸ਼ਨਲ ਯੂਨਿਟਸ। ਸੋ 40,000 IU ਵਿਟਾਮਿਨ ਡੀ ਚਾਹੀਦਾ ਬਾਡੀ ਨੂੰ ਆਪਣੀ ਨੋਰਮਲ ਓਪਰੇਟਿੰਗ ਉਹਦੇ 'ਚ ਰੱਖਣ ਲਈ। ਅਗਰ ਤੁਸੀਂ ਧੁੱਪ 'ਚ 20 ਤੋਂ 25 ਮਿੰਟ ਬੈਠਦੇ ਹੋ ਹਰ ਰੋਜ਼, ਉਹ ਤੁਹਾਨੂੰ 30 ਤੋਂ 35,000 IU ਵਿਟਾਮਿਨ ਡੀ ਦੇ ਦਿੰਦਾ ਹੈ, ਮਤਲਬ ਕਿ ਤੁਹਾਡੀ ਡੇਲੀ ਦੀ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ। ਪਰ ਜਦੋਂ ਆਪਾਂ ਧੁੱਪ 'ਚ ਬੈਠਦੇ ਹਾਂ, ਆਪਾਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਲੈਂਦੇ ਹਾਂ, ਹੈ ਨਾ, ਪਿੱਠ ਕਰਕੇ ਬਹਿ ਜਾਓ, ਦੈਟਸ ਫਾਈਨ, ਉਹ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਪਿੱਠ 'ਤੇ ਤੁਹਾਡੇ ਧੁੱਪ ਲੱਗਣੀ ਚਾਹੀਦੀ ਆ, ਹੈ ਨਾ। ਸਰਦੀਆਂ 'ਚ, ਹਾਂਜੀ ਸਰਦੀਆਂ 'ਚ ਵੈਸੇ ਹੀ ਕੱਪੜੇ 4-4 ਲੇਅਰਸ ਆਪਾਂ ਕੱਪੜੇ ਪਾਏ ਹੁੰਦੇ ਆ, ਹੈ ਨਾ, ਉੱਪਰ ਦੀ ਫਿਰ ਆਪਾਂ ਮੂੰਹ ਵੀ ਢੱਕ ਲੈਂਦੇ, ਮੂੰਹ ਕਾਲਾ ਹੋ ਜਾਊਗਾ ਧੁੱਪ ਦੇ ਨਾਲ। ਅਤੇ ਜਦੋਂ ਆਪਾਂ ਢੱਕ ਲੈਂਦੇ ਆਪਣੇ ਆਪ ਨੂੰ, ਫਿਰ ਆਪਾਂ ਨੂੰ ਨਹੀਂ ਮਿਲਦਾ, ਹੈ ਨਾ। ਆਪਾਂ ਦੇਖਦੇ ਹਾਂ ਕਿ ਅੰਗਰੇਜ਼ਾਂ ਨੂੰ ਕਈ ਵਾਰੀ ਬੀਚ 'ਤੇ ਦੇਖਿਆ ਬਿਕਨੀਜ਼ ਪਾ ਕੇ ਆਪਣੇ, ਹੈ ਨਾ, ਅੰਡਰ ਗਾਰਮੈਂਟਸ ਦੇ ਵਿੱਚ ਸਨ 'ਤੇ ਪਏ ਹੋਏ ਆ, ਪਰ ਤਰੀਕਾ ਹੀ ਇਹੀ ਹੈ ਵਿਟਾਮਿਨ ਡੀ ਨੂੰ ਲੈਣ ਦਾ, ਹੈ ਨਾ। ਮੈਂ ਇਹ ਨਹੀਂ ਕਹਿ ਰਹੀ ਤੁਸੀਂ ਵੀ ਜਾ ਕੇ ਬੀਚ 'ਤੇ ਲੜ ਜਾਓ, ਹੈ ਨਾ, ਪਰ ਆਪਣੇ ਘਰ 'ਚ ਆਪਣੀ ਪ੍ਰਾਈਵੇਸੀ 'ਚ ਜਿੰਨਾ ਤੁਸੀਂ ਆਪਣੀ ਬਾਡੀ ਨੂੰ ਧੁੱਪ 'ਚ ਐਕਸਪੋਜ਼ ਕਰ ਸਕਦੇ ਹੋ, ਡਾਇਰੈਕਟ ਸਨਲਾਈਟ, ਅਗਰ ਤੁਸੀਂ
20 ਮਿੰਟ ਵੀ ਆਪਣੀ ਬਾਡੀ ਨੂੰ ਚੰਗੀ ਤਰ੍ਹਾਂ ਧੁੱਪ ਲਵਾ ਲਈਏ ਤੁਹਾਡੇ ਲਈ 1 ਦਿਨ ਦੀ ਡੇਲੀ ਰਿਕੁਆਇਰਮੈਂਟ ਪੂਰੀ ਕਰ ਦਿੰਦਾ ਹੈ। 20 ਮਿੰਟ ਕਾਫੀ ਹੈ। ਹਾਂਜੀ 20 ਮਿੰਟ ਕਾਫੀ ਹੈ, ਪਰ ਜੇ ਆਪਾਂ ਚੰਗੀ ਤਰ੍ਹਾਂ ਧੁੱਪ ਲਵਾ ਰਹੇ ਹਾਂ ਐਕਸਪੋਜ਼ ਕਰਕੇ ਆਪਣੀ ਬਾਡੀ ਨੂੰ, ਹੈ ਨਾ, ਕੱਪੜੇ ਸਾਰੇ ਪਾ ਕੇ ਨਹੀਂ। ਤੇ ਜਿਵੇਂ ਤੁਸੀਂ ਸਪਲੀਮੈਂਟਸ ਪੁੱਛਿਆ ਹੈ, ਹਾਂਜੀ ਇਹਨਾਂ ਦੀ ਲੋੜ ਪੈਂਦੀ ਹੈ। ਇਹਨਾਂ ਦੀ ਲੋੜ ਉਦੋਂ ਪੈਂਦੀ ਹੈ, ਇੱਕ ਤਾਂ ਜੇ ਤੁਹਾਡੇ ਕੋਲ ਧੁੱਪ ਅਵੇਲੇਬਲ ਨਹੀਂ ਹੈ, ਜਾਂ ਤੁਸੀਂ ਵਿਟਾਮਿਨ ਡੀ ਦੀ ਇੰਨੀ ਡੈਫੀਸ਼ੀਐਂਸੀ ਹੋ ਚੁੱਕੀ ਹੈ ਕਿ ਇੱਕ ਵਾਰੀ ਆਪਾਂ ਨੂੰ ਸਰੀਰ ਨੂੰ ਉਹ ਸਪਲਾਈ ਦੇਣੀ ਪਏਗੀ ਤਾਂ ਕਿ ਆਪਾਂ ਉਹਨੂੰ ਜਲਦੀ ਤੋਂ ਜਲਦੀ ਇੱਕ ਨਾਰਮਲ ਫੰਕਸ਼ਨਿੰਗ 'ਚ ਲਿਆ ਸਕੀਏ, ਹੈ ਨਾ। ਤੇ ਜਿਵੇਂ ਮੈਂ ਕਿਹਾ, ਇਕੱਲਾ ਵਿਟਾਮਿਨ ਡੀ ਕੰਮ ਨਹੀਂ ਕਰੇਗਾ, ਠੀਕ ਹੈ, ਕਿਉਂਕਿ ਜੇ ਗਾਲ ਬਲੈਡਰ ਨਹੀਂ ਹੈਗਾ ਜਾਂ ਲਿਵਰ ਫੈਟੀ ਹੋ ਗਿਆ, ਇਹਨਾਂ ਚੀਜ਼ਾਂ ਨੇ ਹੀ ਉਸ ਵਿਟਾਮਿਨ ਨੂੰ ਬ੍ਰੇਕ ਕਰਨਾ ਹੈ। ਫਿਰ ਉਹਨੂੰ ਐਡੀਸ਼ਨਲ ਸਪੋਰਟ ਦੀ ਲੋੜ ਪੈਂਦੀ ਹੈ, ਜਿਵੇਂ ਵਿਟਾਮਿਨ D3 ਦੇ ਨਾਲ K2 ਲੈਣਾ ਬਹੁਤ ਜ਼ਰੂਰੀ ਹੈ। ਇਹ ਮੈਂ ਵਾਰ-ਵਾਰ ਕਹਿ ਰਹੀ ਹਾਂ ਕਿਉਂਕਿ ਬਹੁਤ ਜ਼ਿਆਦਾ ਲੋਕ ਹੈ ਵਿਟਾਮਿਨ ਡੀ ਲਈ ਜਾ ਰਹੇ हैं ਡਾਕਟਰਸ ਦੇ ਕਹਿਣ 'ਤੇ, ਪਰ ਉਹ K2 ਲੈ ਨਹੀਂ ਰਹੇ। ਅਗਰ ਆਪਾਂ ਦੇਖੀਏ 10,000 IU ਜਿਹੜਾ ਹੈ ਵਿਟਾਮਿਨ ਡੀ ਹੈ, ਉਹਦੇ ਪਿੱਛੇ ਆਪਾਂ ਨੂੰ 100 mcg K2 ਲੈਣਾ ਚਾਹੀਦਾ ਹੈ। ਵਿਟਾਮਿਨ ਡੀ ਜਿਹੜਾ ਹੈ ਉਹ ਹੱਡੀਆਂ ਵਾਸਤੇ ਜਿੰਨਾ ਜ਼ਰੂਰੀ ਹੈਗਾ ਉਨਾ ਹੀ ਮੈਗਨੀਸ਼ੀਅਮ ਵੀ ਬਹੁਤ ਜ਼ਰੂਰੀ ਹੈਗਾ। ਮੈਗਨੀਸ਼ੀਅਮ ਪਲੱਸ ਵਿਟਾਮਿਨ ਡੀ ਪਲੱਸ ਕੈਲਸ਼ੀਅਮ, ਇਹ ਸਾਰੇ ਮਿਲ ਕੇ ਹੱਡੀ ਬਣਾਉਂਦੇ ਨੇ। ਇਹ ਸਾਰਾ ਇਹਨਾਂ ਦਾ ਸਾਰਿਆਂ ਦਾ ਇੱਕ ਵੱਡਾ ਰੋਲ ਹੁੰਦਾ। ਪਰ ਤੁਸੀਂ ਵਿਟਾਮਿਨ ਕੇ ਦੀ ਵੀ ਗੱਲ ਕਰ ਲਈ, ਡੀ ਦੀ ਵੀ ਗੱਲ ਕਰਦੀ, ਮੈਗਨੀਸ਼ੀਅਮ ਬਾਰੇ ਬੋਲੇ ਹੀ ਨਹੀਂ। ਹਾਂ ਦੇਖੋ, ਐਵੇਂ ਕਿ ਜਿਵੇਂ ਆਪਾਂ ਤੁਸੀਂ ਪਹਿਲਾਂ ਪਾਣੀ ਦੀ ਗੱਲ ਕੀਤੇ ਸੀਗੇ, ਹੈ ਨਾ, ਆਪਾਂ ਅੱਜ ਕੱਲ੍ਹ RO ਲਗਵਾ ਲਏ, ਪਾਣੀ ਸਾਰੇ ਫਿਲਟਰ ਹੋ ਕੇ ਆਉਣ ਲੱਗ ਗਏ, ਉਹਦੇ 'ਚ ਜਿਹੜੇ ਛੋਟੇ ਛੋਟੇ ਮਿਨਰਲਸ ਹੈ ਜਿਹੜੇ ਆਪਾਂ ਨੂੰ ਪਾਣੀ ਤੋਂ ਮਿਲਦੇ ਆ ਉਹ ਵੀ ਸਾਰੇ ਨਿਕਲਣੇ ਸ਼ੁਰੂ ਹੋ ਗਏ, ਹੈ ਨਾ। ਤਾਂ ਜਿਵੇਂ ਤੁਸੀਂ ਬਿਲਕੁਲ ਠੀਕ ਹੈ, ਇਹੋ ਜਿਹੇ ਕਈ ਛੋਟੇ ਮਿਨਰਲਸ ਹੈ ਜਿਹੜੇ ਆਪਣੀ ਵਿਟਾਮਿਨ ਡੀ ਦੀ ਅਬਜ਼ੌਰਪਸ਼ਨ ਲਈ ਜ਼ਰੂਰੀ ਹੈ, ਜਿਨ੍ਹਾਂ 'ਚ ਕੋਈ ਜ਼ਿੰਕ ਹੈ, ਮੈਗਨੀਸ਼ੀਅਮ ਹੈ ਨਾ, K2 ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਨਾ। ਅਤੇ ਇਹ ਚੀਜ਼ਾਂ ਜ਼ਰੂਰੀ ਹੈ, ਪਰ ਇੱਕ ਕੰਬੀਨੇਸ਼ਨ ਬਹੁਤ ਵਧੀਆ ਜਿਹੜਾ ਕਿ ਕੌਡ ਲਿਵਰ ਆਇਲ ਹੈ। ਓਮੇਗਾ 3 ਬਹੁਤ ਜ਼ਰੂਰੀ ਹੈ ਆਪਣੀ ਉਹਦੀ ਅਬਜ਼ੌਰਪਸ਼ਨ ਲਈ। ਕੌਡ ਲਿਵਰ ਆਇਲ ਥੋੜ੍ਹਾ ਜਿਹਾ ਦੱਸੋਗੇ? ਕੌਡ ਲਿਵਰ ਆਇਲ ਹੈ, ਫਿਸ਼ ਆਇਲ ਤੋਂ ਬਣਦਾ ਹੈ, ਜਿਹਦੇ 'ਚ ਵਿਟਾਮਿਨ ਡੀ ਵੀ ਹੈ, ਓਮੇਗਾ 3 ਵੀ ਹੈ। ਇਹ ਇੱਕ ਹੋਲਸਮ ਉਹ ਕਹਿ ਸਕਦੇ ਹੋ ਵਿਟਾਮਿਨ ਹੈ ਜਿਹੜਾ ਕਿ ਆਪਣੇ ਸਰੀਰ ਲਈ ਬਹੁਤ ਵਧੀਆ। ਦਰਸ਼ਕਾਂ ਦੀ ਜਾਣਕਾਰੀ ਇਹ ਦੱਸਦੇ ਹਾਂ, ਮੱਛੀ ਦਾ ਤੇਲ ਦੀ ਗੱਲ ਕਰ ਰਹੇ। ਹਾਂਜੀ ਮੱਛੀ ਦਾ ਤੇਲ ਜਿਹੜਾ ਉਹ ਜਿਹੜੇ ਤਾਂ ਹੋ ਗਏ ਦੂਜੇ ਜਿਹੜੇ ਤਾਂ ਸ਼ਾਕਾਹਾਰੀ ਨੇ ਉਹ ਤਾਂ ਫਿਰ ਤੋਂ, ਕਿਉਂਕਿ 60% ਆਬਾਦੀ ਜਿਹੜੀ ਹੈ ਉਹ ਸ਼ਾਕਾਹਾਰੀਆਂ ਦੀ ਹੈ, 40% ਆਬਾਦੀ ਸਿਰਫ ਜਿਹੜੀ ਹੈਗੀ ਹੈ ਉਹ ਨੌਨ ਵੈਜ ਖਾਂਦੀ ਹੈਗੀ, ਅਤੇ ਫਿਰ 60% ਦੇ ਵਾਂਝੇ ਰਹਿ ਗਏ। ਨਹੀਂ, ਸੂਰਜ ਸਾਰਿਆਂ ਲਈ ਹੈ। ਦੇਖੋ, ਸੂਰਜ ਤਾਂ ਸਾਰਿਆਂ ਲਈ ਹੈ। ਜਦੋਂ ਮੈਂ ਕਹਿ ਰਹੀ ਹਾਂ ਕਿ ਆਪਾਂ ਅਗਰ 20-25 ਮਿੰਟ ਦਾ ਸੂਰਜ ਹਰ ਲੈ ਲਈਏ, ਚੰਗੀ ਤਰ੍ਹਾਂ ਲੈ ਲਈਏ, ਤਾਂ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਵੀ ਡੈਫੀਸ਼ੀਐਂਸੀ ਆਏਗੀ ਇਹ। ਅਤੇ ਅਗਰ ਆਪਣਾ ਲੱਗਦਾ ਹੈ ਕਿ ਲੀਵਰ ਸਹੀ ਨਹੀਂ ਹੈਗਾ, ਅਗਰ ਆਪਣਾ ਗਾਲ ਬਲੈਡਰ ਸਹੀ ਨਹੀਂ ਹੈ, ਉਹ ਪ੍ਰੋਬਲਮ ਆਪਣੇ ਖਾਣੇ ਤੋਂ ਹੈ। ਅਗਰ ਆਪਾਂ ਸਹੀ ਖਾਣਾ ਖਾਂਦੇ ਹਾਂ, ਆਪਾਂ ਆਪਣੀ ਨੇਚਰ ਜੋ ਬਣੀ ਹੈ ਜਿਸ ਵਾਸਤੇ ਉਹਨੂੰ ਪੂਰਾ ਇੰਜੋਏ ਕਰਦੇ ਹਾਂ, ਤਾਂ ਇਹ ਚੀਜ਼ਾਂ ਦੀ ਪ੍ਰੋਬਲਮ ਆਉਣੀ ਨਹੀਂ ਚਾਹੀਦੀ। ਤੁਸੀਂ ਮੰਨ ਹੁਣ ਇੱਕ, ਚਲੋ ਆਪਾਂ ਆ ਗਏ ਉੱਧਰ ਗਾਲ ਬਲੈਡਰ ਦੀ, ਤੁਸੀਂ ਤੀਜੀ ਚੌਥੀ ਵਾਰੀ ਗੱਲ ਕਰ ਲਈ, ਮੈਂ ਥੋੜ੍ਹਾ ਜਿਹਾ ਇਹਨਾਂ ਵੀ ਖੁਲਾਸਾ ਕਰੀ ਦਿਆਂ। ਗਾਲ ਬਲੈਡਰ ਬੰਦੇ ਦੇ ਅੰਦਰੋਂ ਰਿਮੂਵ ਕਰਤਾ, ਹੁਣ ਉਹ ਕਰਤਾ, ਹੁਣ ਉਹ ਜਿਹੜਾ ਬੰਦਾ ਦੇਖ ਰਿਹਾ ਵਿਚਾਰਾ ਕਹਿੰਦਾ ਯਾਰ ਮੇਰਾ ਤਾਂ ਨਿਕਲ ਗਿਆ, ਹੁਣ ਮੈਂ ਕਿੱਥੇ ਜਾਵਾਂ, ਮੈਂ ਕਿੱਥੇ ਮਰਾਂ ਜਾ ਕੇ, ਮੈਨੂੰ ਵੀ ਤਾਂ ਲੋੜ ਹੈ ਨਾ ਜੀ, ਮੈਂ ਤਾਂ ਉਹ ਕੀ ਕਰੇ ਫਿਰ? ਜਿਵੇਂ ਮੈਂ ਕਿਹਾ, ਦੇਖੋ, ਜਦੋਂ ਗਾਲ ਬਲੈਡਰ ਨਿਕਲ ਜਾਂਦਾ ਨਾ, ਉਹਦਾ ਕੰਮ ਵੀ ਸਾਰਾ ਲੀਵਰ ਨੂੰ ਕਰਨਾ ਪੈਂਦਾ ਹੈ। ਜਦੋਂ ਲੀਵਰ ਨੂੰ ਸਾਰਾ ਕੰਮ ਕਰਨਾ ਪੈਂਦਾ ਹੈ, ਉਦੋਂ ਲੀਵਰ 'ਚ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਤੁਸੀਂ ਦੇਖੋ, ਅਗਰ ਘਰ 'ਚ 2 ਜੀ ਹੈ ਅਤੇ ਇੱਕ ਬੰਦਾ ਕਹਦੇ ਮੈਂ ਤਾਂ ਕੰਮ ਕਰਨਾ ਨਹੀਂ, ਹੁਣ ਸਾਰਾ ਤੂੰ ਕਰ, ਉਹ ਸਟ੍ਰੈਸਡ ਹੋਊਗਾ, ਹੈ ਨਾ। ਉਵੇਂ ਹੀ ਲੀਵਰ ਹੈ, ਹੁਣ ਸਾਰਾ ਭਾਰ ਲੀਵਰ 'ਤੇ ਆ ਗਿਆ। ਇਸ ਲਈ ਗਾਲ ਬਲੈਡਰ ਨਿਕਲਣ ਤੋਂ ਬਾਅਦ ਲੋਕਾਂ ਨੂੰ ਐਸੀਡਿਟੀ, ਗੈਸ, ਇਹ ਸਾਰੀਆਂ ਪ੍ਰੋਬਲਮਸ ਆਉਂਦੀਆਂ। ਇਸ ਲਈ ਆਪਾਂ ਨੂੰ ਲੀਵਰ ਹੈਲਥ ਨੂੰ ਅੱਛਾ ਰੱਖਣਾ ਆਫਟਰ ਜਦੋਂ ਗਾਲ ਬਲੈਡਰ ਕੱਢਤਾ, ਉਹ ਬਹੁਤ ਜ਼ਰੂਰੀ ਹੈ। ਜਦੋਂ ਆਪਣਾ ਲੀਵਰ ਸਹੀ ਹੈ, ਠੀਕ ਹੈ, ਅਤੇ ਆਪਾਂ ਪ੍ਰੋਪਰ ਨਿਊਟ੍ਰੀਸ਼ਨ ਲੈ ਰਹੇ ਹਾਂ, ਸਪੈਸ਼ਲੀ ਆਪਾਂ ਨੈਚੁਰਲ ਵਿਟਾਮਿਨ ਡੀ ਲੈ ਰਹੇ ਹਾਂ, ਉਹ ਆਪਣਾ ਉਹ ਲੀਵਰ ਕੰਮ ਕਰੂਗਾ। ਜੇ ਨਹੀਂ ਕਰਦਾ, ਕਿਸੇ 'ਚ ਲੀਵਰ ਵੀ ਫੈਟੀ ਹੋ ਗਿਆ, ਹੈ ਨਾ, ਗਾਲ ਬਲੈਡਰ ਵੀ ਕੱਢਿਆ ਆ, ਉਸ ਕੇਸਿਸ 'ਚ ਆਪਾਂ ਨੂੰ ਫਿਰ ਜਿਵੇਂ ਮੈਂ ਤੁਹਾਨੂੰ ਕਿਹਾ ਬਾਇਲ ਸੌਲਟਸ ਮਿਲਦੇ ਆ, ਹੈ ਨਾ, ਉਹ ਵੀ ਸਪਲੀਮੈਂਟ ਹੈ। ਉਹ ਕਿੱਥੋਂ ਮਿਲਦੇ ਨੇ? ਉਹ ਅੰਗਰੇਜ਼ੀ 'ਚ ਸਮਝ ਨਹੀਂ ਆਇਆ ਲੋਕਾਂ ਨੂੰ। ਦੇਖੋ, ਇਸ ਸੌਲਟ ਦਾ ਮਤਲਬ ਕੋਈ ਸਪੈਸ਼ਲ ਕਾਈਂਡ ਆਫ, ਜਿਵੇਂ ਆਪਾਂ ਸੌਲਟ ਹੁੰਦੇ, ਸੋਡੀਅਮ ਹੈ, ਪੋਟੈਸ਼ੀਅਮ ਹੈ, ਲੂਣ ਹੁੰਦੇ ਆ ਡਿਫਰੈਂਟ ਟਾਈਪ ਦੇ, ਹੈ ਨਾ, ਜਿਹੜਾ ਆਪਣਾ ਗਾਲ ਬਲੈਡਰ ਬਣਾਉਂਦਾ ਹੈ। ਸਪੈਸ਼ਲੀ ਜਿਹੜੇ ਵੀ ਕੋਈ ਆਪਾਂ ਫੈਟ ਖਾਂਦੇ ਹਾਂ ਉਹਨੂੰ ਡਿਜ਼ੋਲਵ ਕਰਨ ਲਈ। ਬਾਹਰੋਂ ਕਿੱਥੋਂ ਮਿਲਣਗੇ ਬਾਇਲ ਸੌਲਟਸ ਜਿਹੜੇ? ਬਾਇਲ ਸੌਲਟਸ ਦੇਖੋ ਔਨਲਾਈਨ ਅਵੇਲੇਬਲ ਹੈਗੇ, ਐਮਾਜ਼ੋਨ 'ਤੇ ਅਵੇਲੇਬਲ। ਫੂਡ 'ਚੋਂ ਨਹੀਂ ਮਿਲਦੇ ਕਿਸੇ? ਨਹੀਂ, ਐਵੇਂ ਫੂਡ 'ਚੋਂ ਨਹੀਂ ਉਹਨੂੰ ਮਿਲਣਗੇ। ਹੁਣ ਆਪਾਂ ਗਾਲ ਬਲੈਡਰ ਕੱਢਤਾ, ਉਹ ਬਣਾਉਂਦਾ ਸੀਗਾ, ਉਹ ਆਪਾਂ ਨੂੰ ਐਡੀਸ਼ਨਲੀ ਹੀ ਲੈਣੇ ਪੈਣਗੇ। ਅਤੇ ਇਹ ਗਾਲ ਬਲੈਡਰ ਜਦੋਂ ਇਹ ਨਿਕਲ ਜਾਂਦਾ, ਤੁਸੀਂ ਕਹਿੰਦੇ ਉਸ ਤੋਂ ਬਾਅਦ ਜਿਹੜਾ ਸਾਰਾ ਕੰਮ ਲੀਵਰ ਦੇ ਉੱਤੇ ਆ ਜਾਂਦਾ ਹੈਗਾ,
ਲੀਵਰ ਜਦੋਂ ਜ਼ਿਆਦਾ ਸਟ੍ਰੈਸਡ ਹੋ ਜਾਏਗਾ ਤਾਂ ਉਸ ਤੋਂ ਬਾਅਦ ਉਹ ਜਿਹੜਾ ਉਹ ਸਭ ਤੋਂ ਪਹਿਲਾਂ ਦੇਗਾ ਗੈਸ, ਐਸਿਡਿਟੀ, ਦੈਨ ਕਬਜ਼, ਦੈਨ ਫਿਰ ਥਾਇਰਾਇਡ ਦੀ ਪ੍ਰੋਬਲਮ, ਦੈਨ ਫਿਰ ਉੱਪਰ ਹੱਡੀਆਂ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ, ਹੋਰ ਬਹੁਤ ਸਾਰੀਆਂ ਮਤਲਬ ਵੇਨਸ ਦੇ ਵਿੱਚ ਪ੍ਰੋਬਲਮ ਆਉਣ, ਬਹੁਤ ਸਾਰੀਆਂ ਪ੍ਰੋਬਲਮ ਆਉਣ ਲੱਗ ਜਾਂਦੀਆਂ। ਲੀਵਰ ਦੀ ਹੈਲਥ ਨੂੰ ਥੋੜ੍ਹਾ ਜੇਕਰ ਆਪਾਂ ਸਟਰੋਂਗ ਕਰ ਲੈਂਦੇ ਹਾਂ ਤਾਂ ਫਿਰ ਆਪਣਾ ਜਿਹੜਾ ਇਹ ਵਿਟਾਮਿਨ ਡੀ ਵੀ ਜਿਹੜਾ ਅਬਜ਼ੋਰਬ ਹੋਣਾ ਸੌਖਾ ਹੋ ਜਾਏਗਾ। ਇਹਨੂੰ ਕਿਵੇਂ ਹੈਲਥ ਨੂੰ ਮਜ਼ਬੂਤ ਕਰੀਏ? ਇੱਕ ਬਹੁਤ ਇੰਟਰਸਟਿੰਗ ਫੈਕਟ ਤੁਹਾਨੂੰ ਦੱਸਦੀ ਹਾਂ। ਜਿਵੇਂ ਲਿਵਰ ਹੈਗਾ, ਇਹਨੂੰ ਠੀਕ ਕਰਨ ਲਈ ਵੀ ਵਿਟਾਮਿਨ ਡੀ ਹੈਲਪ ਕਰਦਾ, ਠੀਕ ਹੈ। ਅਤੇ ਵਿਟਾਮਿਨ ਡੀ ਨੂੰ ਬ੍ਰੇਕ ਕਰਨ ਲਈ ਆਪਾਂ ਨੂੰ ਲਿਵਰ ਵੀ ਚਾਹੀਦਾ, ਠੀਕ ਹੈ। ਇਹ ਦੋਨੋਂ ਇੰਟਰਡਿਪੈਂਡੈਂਟ ਹੈ ਇੱਕ ਦੂਜੇ ਦੇ। ਅਗਰ ਤਾਂ ਇੱਕ ਦੂਜੇ ਨੂੰ ਹੈਲਪ ਕਰਦੇ ਆ, ਬਹੁਤ ਵਧੀਆ। ਜੇ ਇੱਕ ਦੂਜੇ ਦੇ ਅਗੇਂਸਟ ਲੱਗੇ ਹੋਏ ਆ, ਇਹ ਬਹੁਤ ਖਰਾਬ ਹੈ। ਜਦੋਂ ਲਿਵਰ ਠੀਕ ਨਹੀਂ ਹੈਗਾ, ਉਹ ਵਿਟਾਮਿਨ ਡੀ ਨੂੰ ਅਬਜ਼ੌਰਬ ਨਹੀਂ ਕਰੇਗਾ। ਜਦੋਂ ਜੇ ਆਪਾਂ ਲਿਵਰ ਠੀਕ ਕਰਨਾ, ਆਪਾਂ ਵਿਟਾਮਿਨ ਡੀ ਦੇ ਦਈਏ ਸਹੀ ਪ੍ਰਪੋਰਸ਼ਨ 'ਚ ਅਤੇ ਸਹੀ ਡਾਇਟ ਨਾਲ, ਉਹ ਲਿਵਰ ਵੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਲੀਵਰ ਨੂੰ ਠੀਕ ਕਰਨ ਲਈ ਆਪਾਂ ਨੂੰ ਕੀ ਕਰਨਾ ਪਏਗਾ? ਕਿਹੜੀ ਚੀਜ਼ ਆਪਾਂ ਅੰਦਰ ਭੇਜੀਏ ਜਿਹੜੀ ਕਿ ਲੀਵਰ ਵੀ ਠੀਕ ਹੋਣ ਲੱਗ ਜਾਏ, ਤਾਂ ਕਿ ਅੱਗੇ ਜਿਹੜਾ ਉਹ ਵਿਟਾਮਿਨ ਡੀ ਦੇ ਨਾਲ ਤਾਲਮੇਲ ਬਿਠਾ ਲੇ? ਦੇਖੋ, ਜੇ ਆਪਾਂ ਲਿਵਰ ਸਹੀ ਕਰਨਾ ਹੈ, ਉਹਦੇ ਲਈ ਆਪਾਂ ਨੂੰ ਹਰੀਆਂ ਸਬਜ਼ੀਆਂ ਖਾਣੀਆਂ ਬਹੁਤ ਜ਼ਰੂਰੀ ਹੈ। ਹਰੀਆਂ ਸਬਜ਼ੀਆਂ ਜਦੋਂ ਮੈਂ ਕਹਿੰਦੀ, ਇਹਦਾ ਮਤਲਬ ਨਹੀਂ ਉਹਨਾਂ ਦਾ ਰੰਗ ਹਰਾ ਹੈ, ਮਤਲਬ ਕਿ ਕੱਚੀਆਂ ਸਬਜ਼ੀਆਂ। ਹਰੀਆਂ ਸਬਜ਼ੀਆਂ 'ਚ ਸ਼ਿਮਲਾ ਮਿਰਚਾਂ ਰੈੱਡ ਜਿਹੜੀ ਹੁੰਦੀ ਹੈ, ਯੈਲੋ ਹੁੰਦੀ ਹੈ, ਸਾਰਾ ਕੁਛ ਆਉਂਦਾ ਹੈ। ਕੱਚੀਆਂ ਸਬਜ਼ੀਆਂ ਜ਼ਿਆਦਾ ਖਾਓ, ਉਹਨਾਂ 'ਚ ਮਿਨਰਲਸ ਹੈ ਜਿਹੜੇ ਆਪਾਂ ਨੂੰ ਚਾਹੀਦੇ ਆ ਬਾਡੀ ਨੂੰ, ਹੈ ਨਾ। ਕੁੱਕ ਕੀਤੀਆਂ ਹੋਈਆਂ ਸਬਜ਼ੀਆਂ ਉਹਨਾਂ ਨੂੰ ਘੱਟ ਖਾਓ। ਮਿੱਠੇ ਤੋਂ ਦੂਰ ਰਹੋ। ਰਿਫਾਈਨਡ ਆਟੇ ਹੈ ਜਿਹੜੇ, ਰਿਫਾਈਨਡ ਆਇਲਸ ਹੈ, ਇਹਨਾਂ ਤੋਂ ਦੂਰ ਰਹੋ। ਇਹ ਸਾਰੀਆਂ ਚੀਜ਼ਾਂ ਲਿਵਰ ਦੇ ਦੁਸ਼ਮਣ ਹੈ। ਕੋਕੋਨਟ ਆਇਲ ਕਿਤੇ ਨਾ ਕਿਤੇ ਕੱਚਾ ਪੀਣ ਨਾਲ ਫਰਕ ਪੈਂਦਾ? ਬਿਲਕੁਲ। ਕੋਕੋਨਟ ਆਇਲ ਅਗਰ ਕੁਕਿੰਗ ਲਈ ਤੁਸੀਂ ਯੂਜ਼ ਕਰਦੇ ਹੋ, ਬਹੁਤ ਵਧੀਆ। ਇਸ ਤੋਂ ਵਧੀਆ ਆਇਲ ਕੋਈ ਹੈ ਨਹੀਂ ਕੁਕਿੰਗ ਲਈ। ਇਹ ਬਹੁਤ ਵਧੀਆ। ਉਹ ਵੈਸੇ ਵੀ ਲੈ ਸਕਦੇ ਹਾਂ, ਕੱਚਾ ਵੀ ਲੈ ਸਕਦੇ ਹਾਂ, ਹੈ ਨਾ। ਇੱਕ ਚੀਜ਼ ਹੋਰ ਮੈਂ ਮੈਂਸ਼ਨ ਕਰਨਾ ਚਾਹੂੰਗੀ ਕਿ ਤੇਲ ਦੇ ਲਈ ਲੋਕ ਬਹੁਤ ਡਰਦੇ ਆ ਤੇਲ ਲੈਣ ਲੱਗੇ, ਕੋਲੈਸਟਰੋਲ ਵੱਧ ਜੂਗਾ। ਪਰ ਇੱਕ ਇੰਟਰਸਟਿੰਗ ਫੈਕਟ ਹੈ, ਜੇ ਤੁਹਾਡੀ ਬਾਡੀ 'ਚ ਕੋਲੈਸਟਰੋਲ ਨਹੀਂ ਹੈ ਤਾਂ ਉਹਦੇ ਵੀ ਵਿਟਾਮਿਨ ਡੀ ਤੁਹਾਡਾ ਹਜ਼ਮ ਨਹੀਂ ਹੋਊਗਾ। ਵਿਟਾਮਿਨ ਡੀ ਨੂੰ ਅਬਜ਼ੌਰਬ ਕਰਨ ਲਈ ਬਾਡੀ 'ਚ ਕੋਲੈਸਟਰੋਲ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿਹੜੇ ਲੋਕ ਕੋਲੈਸਟਰੋਲ ਘਟਾਉਣ ਦੀਆਂ ਦਵਾਈਆਂ ਖਾਂਦੇ ਆ, ਉਹਨਾਂ 'ਚ ਵੀ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ। ਵਿਟਾਮਿਨ ਡੀ ਦੀ ਵੀ ਕਮੀ ਹੋ ਸਕਦੀ ਹੈ। ਬਾਡੀ ਨਰਵਸ ਦੇ ਜਿਹੜੀਆਂ ਆਰਟਰੀਜ਼ ਦੀ ਜਿਹੜੀ ਆ ਉਹ ਹੈਮਰੇਜ ਹੋਣ ਦਾ ਵੀ ਬਹੁਤ ਵੱਡਾ ਖਤਰਾ ਰਹਿੰਦਾ, ਕਿਉਂਕਿ ਕੋਲੈਸਟਰੋਲ ਨਹੀਂ ਹੀ ਅੰਦਰੋਂ ਜੇਕਰ ਇੰਜਰੀ ਹੁੰਦੀ ਹੈ ਨਰਵ ਦੇ ਅੰਦਰ, ਆਰਟਰੀ ਦੇ ਅੰਦਰ, ਤਾਂ ਉਹਨੂੰ ਕੋਲੈਸਟਰੋਲ ਨਹੀਂ ਉਹਦਾ ਪਲਸਤਰ ਕਰਨਾ, ਉਹਦੇ 'ਤੇ ਜਾ ਕੇ ਰਿਪੇਅਰ ਕਰਨੀ ਹੈ। ਬਿਲਕੁਲ। ਜਿਹੜੀਆਂ ਵੀ ਆਪਣੀਆਂ ਨਰਵਸ ਨੇ, ਆਪਣੀਆਂ ਆਰਟਰੀਆਂ ਸੀ, ਇਹਨਾਂ 'ਤੇ ਫੈਟ ਪ੍ਰੋਟੈਕਟਿਵ ਲੇਅਰ ਹੁੰਦੀ ਹੈ। ਇਸ ਲਈ ਵੀ ਜਦੋਂ ਵੀ ਕਿਤੇ ਨਰਵਸ ਡੈਮੇਜ ਹੁੰਦੀਆਂ, ਹਮੇਸ਼ਾ ਉਹਨਾਂ ਨੂੰ ਹਾਈ ਫੈਟ ਡਾਈਟ 'ਤੇ ਪਾਇਆ ਜਾਂਦਾ ਹੈ। ਤੋ ਇਸ ਲਈ ਮੈਂ ਕਹਿ ਰਹੀ ਹਾਂ ਕਿ ਲੋਕਾਂ ਨੂੰ ਬਹੁਤ ਡਰਾਇਆ ਗਿਆ ਹੈ ਪਾਸਟ 'ਚ ਕਿ ਤੇਲ ਨਾ ਲਓ ਜੀ, ਘਿਓ ਨਾ ਲਓ ਜੀ, ਕਿਉਂਕਿ ਇਹਨਾਂ ਦੇ ਨਾਲ ਤੁਹਾਡਾ ਕੋਲੈਸਟਰੋਲ ਵੱਧ ਜੂਗਾ। ਪਰ ਕੋਲੈਸਟਰੋਲ ਇਹਨਾਂ ਚੀਜ਼ਾਂ ਨਾਲ ਨਹੀਂ ਵੱਧਦਾ। ਕੋਲੈਸਟਰੋਲ ਗਲਤ ਕੰਬੀਨੇਸ਼ਨਸ ਨਾਲ ਵੱਧਦਾ। ਤੁਸੀਂ ਡਿਪਰੈਸ਼ਨ ਦੀ ਗੱਲ ਕੀਤੀ ਹੈ। ਡਿਪਰੈਸ਼ਨ ਦਾ ਵਿਟਾਮਿਨ ਡੀ ਦੇ ਨਾਲ ਕੀ ਸੰਬੰਧ ਹੈ? ਬਹੁਤ ਜ਼ਿਆਦਾ ਗਹਿਰਾ ਸੰਬੰਧ ਹੈ। ਜਿੱਥੇ ਵਿਟਾਮਿਨ ਡੀ ਦੀ ਕਮੀ ਹੋਏਗੀ, ਉੱਥੇ ਦੇਖੋ ਜਿਹੜਾ ਆਪਣੇ ਨਾ ਹਾਰਮੋਨ ਬਣਦਾ ਹੈ ਸੈਰੋਟੋਨਿਨ, ਜਿਹੜਾ ਕਿ ਆਪਣਾ ਮੂਡ ਨੂੰ ਲਿਫਟ ਕਰਦਾ ਹੈ। ਜੇ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੈ ਤਾਂ ਉਹ ਹਾਰਮੋਨ ਘੱਟ ਬਣੇਗਾ। ਜਦੋਂ ਉਹ ਹਾਰਮੋਨ ਘੱਟ ਬਣੇਗਾ, ਬੰਦਾ ਡਿਪਰੈਸਡ ਫੀਲ ਕਰੇਗਾ। ਯਾਨੀ ਕਿ ਇੱਕ ਹਾਰਮੋਨ, ਯਾਨੀ ਵਿਟਾਮਿਨ ਡੀ ਵੀ ਇੱਕ ਹਾਰਮੋਨ ਹੈ। ਉਹ ਜਿਹੜਾ ਉਹ ਵੀ ਹੈਗਾ, ਸੈਰੋਟੋਨਿਨ ਵੀ ਜਿਹੜਾ ਇੱਕ ਹਾਰਮੋਨ ਹੈ। ਅਤੇ ਜਦੋਂ ਵਿਟਾਮਿਨ ਡੀ ਘੱਟ ਬਣੇਗਾ ਤਾਂ ਫਿਰ ਸੈਰੋਟੋਨਿਨ ਵੀ ਘੱਟ ਬਣੇਗਾ, ਤਾਂ ਉਹਦੇ ਨਾਲ ਜਿਹੜਾ ਮੂਡ ਖਰਾਬ ਰਹਿਣ ਲੱਗ ਜਾਏਗਾ, ਡਿਪਰੈਸ਼ਨ 'ਚ ਜਾਣ ਲੱਗ ਜਾਏਗਾ, ਭੁੱਲਣ ਲੱਗ ਜਾਏਗਾ ਬੰਦਾ, ਅੱਖਾਂ ਦੇ ਉੱਤੇ ਵੀ ਅਸਰ ਪੈਂਦਾ ਉਸ ਚੀਜ਼ ਦਾ। ਹਾਂਜੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਵਿਟਾਮਿਨ ਏ, ਡੀ, ਈ ਇਹ ਸਾਰੇ ਫੈਟ ਸੋਲਿਊਬਲ ਹੈ। ਜੇ ਕੋਈ ਆਪਣੇ ਸਰੀਰ 'ਚ ਵਿਟਾਮਿਨ ਡੀ ਨੂੰ ਬ੍ਰੇਕ ਨਹੀਂ ਕਰ ਪਾ ਰਿਹਾ, ਦੈਟ ਮੀਨਸ ਆਪਣੇ ਸਰੀਰ 'ਚ ਵਿਟਾਮਿਨ ਏ ਵੀ ਬ੍ਰੇਕ ਨਹੀਂ ਹੋ ਰਿਹਾ, ਕਿਉਂਕਿ ਉਹ ਵੀ ਫੈਟ ਸੋਲਿਊਬਲ ਹੈ। ਇਸ ਲਈ ਵਿਟਾਮਿਨ ਏ ਦੀ ਵੀ ਕਮੀ ਹੋਏਗੀ ਤਾਂ ਅੱਖਾਂ 'ਤੇ ਅਸਰ ਹੋਏਗਾ। ਜਿਹੜਾ ਵਿਟਾਮਿਨ ਕੇ ਦੀ ਗੱਲ ਕਰ ਰਹੇ ਹੋ ਤੁਸੀਂ, ਵਿਟਾਮਿਨ ਕੇ ਤਾਂ ਜਿਹੜਾ ਉਹ ਅੰਦਰ ਕਲੌਟਿੰਗ ਵਾਸਤੇ ਵੀ ਕੰਮ ਆਉਂਦਾ। ਜਿਹੜਾ ਜਦੋਂ ਕੋਈ ਖੂਨ ਰਿਸਣਾ ਸ਼ੁਰੂ ਹੁੰਦਾ ਤਾਂ ਵਿਟਾਮਿਨ ਕੇ ਜਿਹੜਾ ਹੁੰਦਾ ਉਹ ਉਸ ਨੂੰ ਕਲੌਟ ਬਣਾਉਂਦਾ ਹੈਗਾ। ਅਤੇ ਕਿਤੇ ਨਾ ਕਿਤੇ ਜਿਹੜਾ ਉਹਦਾ ਸੰਬੰਧ ਜਿਹੜਾ ਖੂਨ ਦੇ ਨਾਲ ਵੀ ਚਲਾ ਗਿਆ ਅੰਦਰ ਜਾ ਕੇ ਵਿਟਾਮਿਨ ਡੀ ਦਾ। ਡਾਇਰੈਕਟਲੀ ਨਹੀਂ ਮੈਂ ਕਹੂੰਗੀ ਕਿ ਵਿਟਾਮਿਨ ਡੀ ਦਾ। ਹਾਂਜੀ, ਦੇਖੋ ਬਾਕੀ ਸਾਰੀਆਂ ਚੀਜ਼ਾਂ ਹੈਗੀਆਂ। ਜਦੋਂ ਆਪਾਂ ਕੋਈ ਕਹਿੰਦੇ ਨਾ ਨਿਊਟ੍ਰੀਸ਼ਨਲੀ ਬੈਲੈਂਸਡ ਡਾਇਟ, ਉਹਦੇ 'ਚ ਜਦੋਂ ਹਰ ਇੱਕ ਚੀਜ਼ ਸਹੀ ਕੰਬੀਨੇਸ਼ਨ 'ਚ, ਸਹੀ ਰੇਸ਼ੋ 'ਚ ਹੁੰਦੀ ਹੈ, ਉਹ ਉਦੋਂ ਹੀ ਕਲੈਕਟਿਵਲੀ ਕੰਮ ਕਰਦੀ ਹੈ, ਠੀਕ ਹੈ। ਕੋਈ ਵੀ ਵਿਟਾਮਿਨ ਹੈ ਉਹ ਇਕੱਲਾ ਕਦੀ ਵੀ ਕੰਮ ਨਹੀਂ ਕਰਦਾ। ਇਹ ਸਾਰੇ ਵਿਟਾਮਿਨ ਇੱਕ ਦੂਜੇ ਦੇ ਨਾਲ ਕੰਮ ਕਰਦੇ ਆ। ਅਗਰ ਤੁਸੀਂ ਇਕੱਲਾ ਕੈਲਸ਼ੀਅਮ ਲਓਗੇ, ਤੁਹਾਡੇ ਕੋਈ ਫਰਕ ਨਹੀਂ ਪਏਗਾ, ਠੀਕ ਹੈ। ਕੈਲਸ਼ੀਅਮ ਦੇ ਨਾਲ ਤੁਹਾਨੂੰ ਮੈਗਨੀਸ਼ੀਅਮ, ਡੀ ਅਤੇ ਜਿਵੇਂ ਕਿਹਾ ਕੇ ਲੈਣਾ ਹੀ ਪਏਗਾ, ਹੈ ਨਾ। ਜੇ ਆਪਾਂ ਵਿਟਾਮਿਨ ਬੀ ਇੱਕੋ ਹੀ ਲੈਣਾ ਸ਼ੁਰੂ ਕਰ ਦਈਏ, ਉਹਦੇ ਨਾਲ ਨਹੀਂ ਹੋਏਗਾ, ਤੁਹਾਨੂੰ ਪੂਰਾ ਬੀ ਕੰਪਲੈਕਸ ਹੀ ਲੈਣਾ ਪਏਗਾ। ਹਾਂ, ਅਗਰ ਤੁਹਾਡੇ 'ਚ ਕੋਈ ਸੀ ਚੀਜ਼ ਦੀ ਕਮੀ ਹੈ, B12 ਦੀ ਕਮੀ ਅੱਜ ਕੱਲ੍ਹ ਬਹੁਤ ਜ਼ਿਆਦਾ ਕਾਮਨ ਹੈ ਨਾ,
ਇਹ ਨਹੀਂ ਹੈ ਕਿ ਆਪਾਂ ਕੱਲਾ B12 ਲਈ ਜਾਈਏ ਤੇ ਉਹਦੇ ਨਹੀਂ ਆਪਾਂ ਨੂੰ ਨਾਲ B ਕੰਪਲੈਕਸ ਦੇਣਾ ਹੀ ਪਏਗਾ। ਵੈਨ ਆਈ ਸੇ B ਕੰਪਲੈਕਸ ਇਟ ਡਜ਼ਨਟ ਮੀਨ ਕਿ B ਕਸੂਲ ਦੇ ਕੈਪਸੂਲ ਖਾਣੇ ਸ਼ੁਰੂ ਕਰ ਦਿਓ, ਹੈ ਨਾ। ਉਹ ਆਪਾਂ ਨੂੰ ਫੂਡ 'ਚੋਂ ਵੀ ਮਿਲ ਜਾਂਦੇ ਆ, ਜਾਂ ਫੂਡ ਬੇਸਡ, ਅਸੀਂ ਹਮੇਸ਼ਾ ਫੂਡ ਬੇਸਡ ਨਿਊਟ੍ਰੀਸ਼ਨ ਨੂੰ ਜ਼ਿਆਦਾ ਉਹ ਕਰਦੇ ਹਾਂ। ਵਿਟਾਮਿਨ ਕਈ ਹੁੰਦੇ ਆ ਜਿਹੜੇ ਕਿ ਫੂਡ ਤੋਂ ਬਣੇ ਹੋਏ ਆ, ਇੱਕ ਹੁੰਦੇ ਜਿਹੜੇ ਸਿੰਥੈਟਿਕ ਆਪਾਂ ਨੂੰ ਆਮ ਬਾਜ਼ਾਰਾਂ 'ਚ ਮੈਡੀਕਲ ਸਟੋਰਸ ਤੋਂ ਮਿਲਦੇ ਆ। ਦੋਨਾਂ ਦੀ ਜਿਹੜੀ ਐਫੀਸ਼ੀਐਂਸੀ ਹੈ ਉਹਦੇ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਅਤੇ ਜਦੋਂ ਵੀ ਕੋਈ ਤੁਸੀਂ ਨਿਊਟ੍ਰੀਸ਼ਨਲ ਸਪਲੀਮੈਂਟ ਲੈ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਉਹ ਫੂਡ ਬੇਸਡ ਹੋਏ। ਫੂਡ ਬੇਸਡ। ਹੁਣ ਆਈਏ ਆਪਾਂ ਵਿਟਾਮਿਨ ਡੀ ਜਿਹੜਾ ਸਭ ਤੋਂ ਵੱਡਾ ਸੋਰਸ ਜਿਹੜਾ ਹੈਗਾ ਉਹ ਧੁੱਪ ਹੈ, ਸੂਰਜ ਦੀ ਰੋਸ਼ਨੀ ਹੈ। ਸੂਰਜ ਦੀ ਰੋਸ਼ਨੀ ਜਿਹੜੀ ਹੈ ਉਹ ਦਿਨ ਦੇ ਵਿੱਚ ਕਈ ਰੂਪ ਬਦਲਦੀ ਹੈ। ਸਵੇਰੇ ਜਿਹੜੀ ਹੈ ਉਹ ਬੜੀ ਸੁਹਾਵਣੀ ਹੁੰਦੀ ਹੈ, ਸ਼ਾਮ ਨੂੰ ਬੜੀ ਵਧੀਆ ਹੁੰਦੀ ਹੈ, ਦਿਨ ਦੇ ਵਿੱਚ ਬੰਦਾ ਅੰਦਰ ਭੱਜ ਜਾਂਦਾ ਕਿਉਂਕਿ ਜ਼ਿਆਦਾ ਲੱਗਦੀ ਹੈ। ਗਰਮੀਆਂ ਦੇ ਵਿੱਚ ਅਗਰ ਜੇ ਗੱਲ ਕਰੀਏ, ਕਿਹੜੇ ਸਮੇਂ ਦੀ ਜਿਹੜੀ ਧੁੱਪ ਹੈ ਬੋਡੀ ਲਈ ਉਹ ਠੀਕ ਰਹੇਗੀ? ਦੇਖੋ ਵਿਟਾਮਿਨ ਡੀ ਜਦੋਂ ਸੂਰਜ ਹੈ ਉਹ ਤਾਂ ਜਿਹੜੀ ਮਰਜ਼ੀ ਤੁਸੀਂ ਰੋਸ਼ਨੀ 'ਚ ਬੈਠ ਜਾਓ, ਜਿੰਨੀ ਤੁਹਾਡੀ ਟੋਲਰੇਟ ਕਰ ਸਕਦੀ ਹੈ ਬਾਡੀ, ਠੀਕ ਹੈ, ਉਹ ਤੁਸੀਂ ਲਓ। ਹਾਂ, ਇੱਕ ਦੋ ਚੀਜ਼ਾਂ ਦਾ ਨਾਲ ਧਿਆਨ ਰੱਖ ਲਓ ਕਿ ਇੱਕ ਤੁਸੀਂ ਪਾਣੀ, ਜੇ ਤੁਹਾਨੂੰ ਲੱਗਦਾ ਤੁਸੀਂ ਡੀਹਾਈਡਰੇਟ ਹੋ ਰਹੇ ਹੋ, ਸੂਰਜ ਪੈ ਕੇ ਪਾਣੀ ਲਓ। ਜੇ ਤੁਹਾਨੂੰ ਲੱਗਦਾ ਇਲੈਕਟ੍ਰੋਲਾਈਟਸ ਘੱਟ ਹੈ ਤਾਂ ਆਪਣੇ ਇਲੈਕਟ੍ਰੋਲਾਈਟਸ ਲੈ ਲਓ। ਜਦੋਂ ਮੈਂ ਇਲੈਕਟ੍ਰੋਲਾਈਟਸ ਕਹਿੰਦੀ ਹਾਂ ਕਿ ਪੋਟਾਸ਼ੀਅਮ ਸੋਡੀਅਮ ਦੀ ਕਮੀ ਨਾ ਹੋ ਜਾਏ ਨਾ, ਕਈਆਂ ਨੂੰ ਪਸੀਨਾ ਜ਼ਿਆਦਾ ਆ ਜਾਂਦਾ, ਤਾਂ ਇਹ ਤੁਸੀਂ ਥੋੜ੍ਹਾ ਜਿਹਾ ਆਪਣੀ ਬਾਡੀ ਨੂੰ ਵੀ ਆਪਾਂ ਰੀਡ ਕਰਨਾ ਹੈ ਨਾ, ਉਹਨਾਂ ਚੀਜ਼ਾਂ ਦਾ ਧਿਆਨ ਰੱਖ ਲਓ। ਕਈਆਂ ਨੂੰ ਲੱਗਦਾ ਮੇਰੇ ਸਿਰ 'ਚ ਲੱਗਦੀ ਹੈ, ਸਿਰ ਛਾਂ 'ਚ ਰੱਖ ਲਓ ਆਪਣੀ ਬਾਡੀ, ਬਾਕੀ ਸਾਰੀ ਧੁੱਪ 'ਚ ਕਰ ਲਓ, ਜਿੰਨੀ ਧੁੱਪ ਤੁਸੀਂ ਟੋਲਰੇਟ ਕਰ ਸਕਦੇ ਹੋ, ਹੈ ਨਾ। ਅਗਰ ਕਿਸੇ ਨੂੰ ਲੱਗਦੀ ਹੈ ਦਿਨ ਦੀ ਜਿਹੜੀ ਦੁਪਹਿਰ ਵਾਲੀ ਧੁੱਪ ਹੈ ਜ਼ਿਆਦਾ ਤੇਜ਼ ਲੱਗਦੀ ਹੈ, ਉਹ ਮਾਰਨਿੰਗ ਈਵਨਿੰਗ ਵਾਲਾ ਸਨ ਲੈ ਸਕਦੇ ਹਾਂ। ਬੇਸਿਕਲੀ ਪੂਰਾ ਆਈਡੀਆ ਇਹ ਹੈ ਕਿ ਆਪਾਂ ਆਪਣੀ ਬਾਡੀ ਨੂੰ ਐਕਸਪੋਜ਼ ਕਰੀਏ ਸਨਲਾਈਟ 'ਚ। ਅੱਛਾ, ਇਹਦੇ 'ਚ ਵੀ ਉਮਰ ਦਾ ਕੋਈ ਤਕਾਜ਼ਾ ਹੁੰਦਾ ਵੀ ਕਿਹੜੀ ਉਮਰ ਦੇ ਬੰਦਿਆਂ ਨੂੰ, ਬੱਚਾ ਹੋ ਗਿਆ, ਜਵਾਨ ਹੋ ਗਿਆ, ਬਜ਼ੁਰਗ ਹੋ ਗਿਆ, ਕਿਹੜੀ ਉਮਰ ਦੇ ਲੋਕਾਂ ਨੂੰ ਵਿਟਾਮਿਨ ਡੀ ਦੀ ਜਿਹੜੀ ਆ ਉਹ ਡੈਫੀਸ਼ੀਐਂਸੀ ਜਾਂ ਵੱਧ ਜੇ ਵਿਟਾਮਿਨ ਡੀ ਬੋਡੀ ਦੇ ਅੰਦਰ, ਅਤੇ ਉਹ ਕਿੱਦਾਂ ਨੁਕਸਾਨ ਪਹੁੰਚਾਉਂਦਾ? ਦੇਖੋ, ਵਿਟਾਮਿਨ ਡੀ ਦੀ ਜਿਹੜੀ ਟੌਕਸਿਸਿਟੀ ਕਹਿ ਦਿੰਦੇ ਆ, ਉਹਦਾ ਸਿਰਫ ਇੱਕੋ ਹੀ ਨੁਕਸਾਨ ਹੈ, ਜਿਹੜਾ ਕੈਲਸ਼ੀਅਮ ਵੱਧ ਜਾਣਾ ਸਰੀਰ 'ਚ। ਉਹ ਕੈਲਸ਼ੀਅਮ ਤਾਂ ਵੱਧਦਾ ਜੇ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ K2 ਜਦੋਂ ਨਹੀਂ ਦਿੱਤਾ ਜਾਂਦਾ, ਅਦਰਵਾਈਜ਼ D3 ਕਦੇ ਤੁਹਾਨੂੰ ਨੁਕਸਾਨ ਕਰ ਹੀ ਨਹੀਂ ਸਕਦਾ, ਠੀਕ ਹੈ। ਇਸ ਤੋਂ ਇਲਾਵਾ ਇਹਦਾ ਕੋਈ ਨੁਕਸਾਨ ਨਹੀਂ, ਇਹਦੇ ਸਿਰਫ ਫਾਇਦੇ ਹੈ। ਬਾਕੀ ਤੁਸੀਂ ਪੁੱਛਿਆ ਕਿਸ ਏਜ ਗਰੁੱਪ ਦੇ, ਪਹਿਲਾਂ ਸਿਰਫ ਇਹ ਹੁੰਦਾ ਸੀਗਾ ਜਦੋਂ ਬੁੱਢੇ ਹੁੰਦੇ ਸੀਗੇ, ਆਪੇ ਹੀ ਦੇਖੋ ਕੋਈ ਵੀ ਆਪਣਾ ਬਾਡੀ ਦਾ ਸੈੱਲ ਹੈ ਏਜ ਦੇ ਨਾਲ ਡੀਜਨਰੇਟ ਹੋਏਗਾ। ਜਦੋਂ ਡੀਜਨਰੇਟ ਹੁੰਦਾ ਉਹਦੀ ਜਿਹੜੀ ਕੰਮ ਕਰਨ ਦੀ ਸ਼ਕਤੀ ਉਹ ਘੱਟ ਜਾਂਦੀ ਹੈ, ਤਾਂ ਆਫਕੋਰਸ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ। ਪਰ ਅੱਜ ਕੱਲ੍ਹ ਅਸੀਂ ਦੇਖਿਆ ਕਿ 28 ਸਾਲ ਦੇ 30 ਸਾਲ ਦੇ ਜਿਹੜੇ ਲੋਕ ਹੈ ਉਹਨਾਂ 'ਚ ਵੀ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੋ ਰਹੀ ਹੈ। ਰੀਜ਼ਨ ਉਹੀ ਹੈ, ਜਾਂ ਤਾਂ ਗੋਲ ਬਲੈਡਰ ਰਿਮੂਵ ਕੀਤਾ ਹੋਇਆ ਹੈ, ਜਾਂ ਲਿਵਰ ਫੈਟੀ ਹੈ, ਖਾਣਾ ਸਹੀ ਨਹੀਂ ਹੈ, ਜਾਂ ਸਾਰਾ ਦਿਨ ਦੇਖੋ ਕਈ ਲੋਕ ਹੈ ਉਹ ਸਿਰਫ ਕੰਪਿਊਟਰ 'ਤੇ ਕੰਮ ਕਰਦੇ ਆ ਦਿਨ 'ਚ ਪੂਰਾ, ਉਹ ਸਵੇਰੇ ਜੋਬ 'ਤੇ ਚਲੇ ਜਾਂਦੇ ਆ, ਰਾਤ ਨੂੰ ਨਿਕਲਦੇ ਆ ਜਦੋਂ ਸੂਰਜ ਨਿਕਲ ਜਾਂਦਾ ਹੈ। ਬਾਕੀ ਵੈਦਰ ਕੰਡੀਸ਼ਨਸ ਕੀ ਹੈ, ਜਿਹੜੀ ਜਗ੍ਹਾ 'ਤੇ ਤੁਸੀਂ ਰਹਿੰਦੇ ਉੱਥੇ ਸਨ ਹੁੰਦਾ ਜਾਂ ਨਹੀਂ ਹੁੰਦਾ। ਤੀਜੀ ਕੰਡੀਸ਼ਨ ਹੈ ਸਕਿਨ ਕਲਰ 'ਤੇ ਵੀ ਡਿਪੈਂਡ ਕਰਦਾ, ਜਿੰਨਾ ਡਾਰਕ ਸਕਿਨ ਕਲਰ ਹੋਏਗਾ ਉਨਾ ਵਿਟਾਮਿਨ ਡੀ ਦੀ ਜ਼ਿਆਦਾ ਕਮੀ ਹੋਏਗੀ। ਚੌਥਾ ਜਿਹੜਾ ਕਿ ਇੱਕ ਬਹੁਤ ਵੱਡਾ ਕਾਰਨ ਹੈ ਮੋਟਾਪਾ। ਜਿੰਨਾ ਤੁਹਾਡੇ ਸਰੀਰ 'ਤੇ ਚਰਬੀ ਹੋਊਗੀ, ਮਾਸ ਹੋਊਗਾ, ਓਨਾ ਹੀ ਉਹ ਬੋਨਸ ਵੱਲ ਘੱਟ ਜਾਏਗਾ ਸੂਰਜ, ਜਿੰਨਾ ਉਹ ਘੱਟ ਪਹੁੰਚੇਗਾ ਉੱਥੇ ਉਨੀ ਵਿਟਾਮਿਨ ਡੀ ਦੀ ਕਮੀ ਹੋਏਗੀ। ਇਸ ਲਈ ਆਪਾਂ ਨੂੰ ਸਭ ਨੂੰ ਪਤਾ ਜਿਹੜਾ ਮੋਟਾਪਾ ਹੈ ਉਹ ਬਿਮਾਰੀਆਂ ਦੀ ਜੜ ਕਹਿੰਦੇ ਆ, ਹੈ ਨਾ। ਪਹਿਲੀ ਚੀਜ਼ ਤਾਂ ਬਿਮਾਰੀਆਂ ਦੀ ਜੜ ਨਹੀਂ, ਉਹ ਬਿਮਾਰੀਆਂ ਦਾ ਸਿੰਪਟਮ ਹੈ ਨਾ, ਇਹ ਚੀਜ਼ ਮੈਂ ਕਰੈਕਟ ਕਰੂੰਗੀ। ਪਰ ਯੈਸ, ਇਹ ਲੀਡ ਕਰੇਗਾ ਫਿਰ ਹੋਰ ਬਿਮਾਰੀਆਂ ਨੂੰ, ਕਿਉਂਕਿ ਜਿਵੇਂ ਮੈਂ ਕਿਹਾ ਵਿਟਾਮਿਨ ਡੀ ਬਹੁਤ ਜ਼ਿਆਦਾ ਕੰਟਰੀਬਿਊਟ ਕਰਦਾ ਆਪਣੀ ਇਮਿਊਨਿਟੀ ਨੂੰ, ਹੈ ਨਾ, ਹੋਰ ਚੀਜ਼ਾਂ ਨੂੰ ਅਪ ਰੱਖਣ ਲਈ। ਤਾਂ ਜਿੰਨਾ ਮੋਟਾ ਸਰੀਰ ਹੋਏਗਾ ਉਨਾ ਵਿਟਾਮਿਨ ਡੀ ਉਹਦੇ 'ਚ ਘੱਟ ਜਾਏਗਾ, ਜਿਹੜਾ ਨੈਚੁਰਲ ਸਨਲਾਈਟ ਤੋਂ ਹੈ। ਅਮਨਦੀਪ ਜੀ, ਵਿਟਾਮਿਨ ਡੀ ਦੀ ਕਮੀ ਜਿਹੜੀ ਹੈ ਉਹ ਇਸ ਗੱਲ ਨੂੰ ਸੰਕੇਤ ਦਿੰਦੀ ਹੈ ਕਿ ਔਰਤਾਂ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਕਮੀ ਹੁੰਦੀ ਹੈ ਇਹਦੇ ਵਿੱਚ, ਜਦ ਕਿ ਔਰਤਾਂ ਨੂੰ ਵੱਧ ਨਿਕਲਣਾ ਚਾਹੀਦਾ, ਕਿਉਂਕਿ ਘਰ ਦੇ ਵਿੱਚ ਕੰਮਕਾਰ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਸਮਾਂ ਮਿਲ ਜਾਂਦਾ, ਜਿਹੜਾ ਕਿ ਜਦ ਕਿ ਜੈਂਟਸ ਜਿਹੜੇ ਨੇ ਉਹ ਕੰਮ ਕਰਦੇ ਨੇ, ਆਫਿਸ ਦੇ ਵਿੱਚ ਜਾਂਦੇ ਨੇ ਜਾਂ ਕੁਛ, ਉਹਨਾਂ ਨੂੰ ਜ਼ਿਆਦਾ ਔਰਤਾਂ ਦੇ ਵਿੱਚ ਕਮੀ ਜ਼ਿਆਦਾ ਦੇਖਣ 'ਚ ਆਈ ਹੈ, ਅਤੇ ਇਸੇ ਕਰਕੇ ਡਿਪਰੈਸ਼ਨ ਦੇ ਰੋਗ ਜਿਹੜੇ ਔਰਤਾਂ 'ਚ ਵੱਧ ਜਾਂਦੇ ਆ। ਦੇਖੋ ਜਿਹੜੀ ਫੀਮੇਲ ਬਾਡੀ ਹੈ, ਇੱਕ ਤਾਂ ਦੇਖੋ ਇਹਨਾਂ ਦਾ ਮੰਥਲੀ ਸਾਈਕਲ ਹੈ ਜਿਹਦੇ ਵਿੱਚ ਬਾਡੀ ਦੇ ਕਾਫੀ ਸੈਲਸ ਦੀ ਬ੍ਰੇਕੇਜ ਹੁੰਦੀ ਹੈ, ਠੀਕ ਹੈ, ਅਤੇ ਬਾਡੀ 'ਚੋਂ ਕਾਫੀ ਚੀਜ਼ਾਂ ਨਿਕਲਦੀਆਂ ਵੀ ਹੈ। ਦੂਜਾ ਹੈ ਕਿ ਪ੍ਰੈਗਨੈਂਸੀ ਦੇ ਡਿਊਰਿੰਗ ਔਰ ਉਦੋਂ ਬੱਚਾ ਬਹੁਤ ਐਬਜ਼ੋਰਬ ਕਰਦਾ ਨਿਊਟ੍ਰੀਸ਼ਨ ਮਾਂ ਦੀ ਬਾਡੀ 'ਚੋਂ। ਉਸ ਤੋਂ ਬਾਅਦ ਜਦੋਂ ਫੀਡ ਕਰਦੀ ਆ ਮਦਰ, ਉਹ ਸਾਰਾ ਕੁਛ ਮਦਰ ਦੀ ਬਾਡੀ 'ਚ ਹੀ ਜਾ ਰਿਹਾ,
ਹੈ ਨਾ। ਜੇ ਉਹ ਆਪਾਂ ਪ੍ਰੋਪਰ ਨਿਊਟ੍ਰੀਸ਼ਨ ਦਾ ਧਿਆਨ ਨਹੀਂ ਰੱਖੇਗੀ ਮਦਰ, ਤਾਂ ਆਫ ਕੋਰਸ ਉਹਨੂੰ ਪ੍ਰੋਬਲਮਸ ਆਉਣਗੀਆਂ। ਰੀਜ਼ਨ ਇਹੀ ਹੈ। ਔਰ ਮੈਂ ਇੰਡੀਆ 'ਚ ਦੇਖਿਆ ਕਿ ਲੇਡੀਜ਼ ਦੀ ਡਾਈਟ ਬਿਲਕੁਲ ਵੀ ਸਹੀ ਨਹੀਂ ਹੈ ਮੋਸਟਲੀ ਕੇਸਿਸ 'ਚ। ਮੈਂ ਨਹੀਂ ਕਹਿ ਰਹੀ ਹਰ ਇੱਕ ਲੇਡੀ ਨਹੀਂ ਡਾਈਟ ਠੀਕ ਲੈ ਰਹੀ, ਆਪਣੀ ਮੇਨ ਡਾਈਟ ਹੈਗੀ ਹੈ ਰੋਟੀ ਅਤੇ ਸਬਜ਼ੀ। ਈਵਨ ਕਿ ਸਲਾਦ ਵੀ ਨਹੀਂ ਖਾਇਆ ਜਾਂਦਾ ਘਰ 'ਚ। ਜੇ ਤੁਸੀਂ 3 ਟਾਈਮ ਰੋਟੀ ਅਤੇ ਸਬਜ਼ੀ ਖਾ ਰਹੇ ਹੋ, ਨਾਲ ਦਹੀਂ ਜਾਂ ਦੁੱਧ ਲੈ ਲਿਆ, ਤੁਹਾਡੇ ਲਈ ਕਾਫੀ ਨਹੀਂ ਹੈ। ਇਹ ਵਧੀਆ ਨਿਊਟ੍ਰੀਸ਼ਨ ਆਪਾਂ ਨਹੀਂ ਕਰ ਰਹੇ। ਸਪੈਸ਼ਲੀ ਅਗਰ ਇੱਕ ਲੇਡੀ ਪ੍ਰੈਗਨੈਂਟ ਹੈ ਜਾਂ ਉਹ ਫੀਡ ਕਰ ਰਹੀ ਹੈ, ਇਹ ਡਾਈਟ ਸਹੀ ਨਹੀਂ ਹੈ। ਤਾਂ ਇਹੀ ਰੀਜ਼ਨ ਹੈ ਫੀਮੇਲਸ ਦੇ ਵਿੱਚ ਇਹ ਜ਼ਿਆਦਾ ਪ੍ਰੋਬਲਮ ਹੈ। ਫੀਮੇਲਸ ਜਿਹੜੀਆਂ ਨੇ, ਜਿਹੜੀ ਪ੍ਰੈਗਨੈਂਟ ਲੇਡੀ ਹੈਗੀ ਆ, ਉਸ ਨੂੰ ਧੁੱਪੇ ਬੈਠਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ ਸਾਰਿਆਂ ਲਈ ਜ਼ਰੂਰੀ ਹੈ, ਕਿਉਂਕਿ ਉਹਦੇ ਅੰਦਰ ਇੱਕ ਬੱਚਾ ਪਲ ਰਿਹਾ, ਉਹਨੇ ਅੱਗੋਂ ਉਸ ਨੂੰ ਵੀ ਸਾਰਾ ਕੁਝ ਦੇਣਾ ਹੈਗਾ ਉਹਦੇ। ਬਿਲਕੁਲ। ਦੇਖੋ ਜਦੋਂ ਕੋਈ ਮਦਰ ਪ੍ਰੈਗਨੈਂਟ ਹੈ, ਉਹਦੀ ਪੂਰੀ ਜ਼ਿੰਮੇਵਾਰੀ ਹੈ ਆਪਣਾ ਅੱਛਾ ਨਿਊਟ੍ਰੀਸ਼ਨ ਰੱਖਣ ਲਈ, ਨਾਟ ਸਿਰਫ ਆਪਣੇ ਲਈ, ਉਸ ਬੱਚੇ ਲਈ ਵੀ। ਠੀਕ ਹੈ। ਅਗਰ ਦੋਨਾਂ 'ਚੋਂ ਕਿਸੇ ਇੱਕ ਨੂੰ ਵੀ ਨਿਊਟ੍ਰੀਸ਼ਨ ਘੱਟ ਜਾ ਰਿਹਾ ਤਾਂ ਉਹ ਫਿਊਚਰ ਲਾਇਬਿਲਿਟੀ ਹੈ ਨਾ। ਅਗਰ ਮਦਰ ਹੈ ਕਿ ਨਹੀਂ ਪ੍ਰੋਪਰ ਨਿਊਟ੍ਰੀਸ਼ਨ ਲੈ ਰਹੀ ਫੋਰ ਵਟ ਐਵਰ ਰੀਜ਼ਨ ਕੋਈ ਵੀ ਹੋ ਸਕਦਾ, ਉਹਦੇ ਕੋਲ ਟਾਈਮ ਨਹੀਂ ਹੈਗਾ, ਜੋਬ 'ਚ ਹੈ ਜਾਂ ਕੁਛ ਵੀ ਹੈ, ਅਤੇ ਜਾਂ ਕੇਅਰਲੈਸਨੈਸ ਵੀ ਹੋ ਜਾਂਦੀ ਹੈ ਨਾ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਜੋ ਤੁਸੀਂ ਕਿਹਾ ਕਿ ਹਾਂ ਉਹਨਾਂ ਲਈ ਸੂਰਜ 'ਚ ਬੈਠਣਾ ਜ਼ਰੂਰੀ ਹੈ, ਹਾਂਜੀ ਬਹੁਤ ਜ਼ਰੂਰੀ ਹੈ। ਕਿਉਂਕਿ ਜਿਹੜੀ ਫਿਊਚਰ ਹੈਲਥ ਹੈ ਬੱਚੇ ਦੀ, ਉਹ ਮਦਰ ਦੀ ਹੈਲਥ 'ਤੇ ਡਿਪੈਂਡ ਕਰਦੀ ਹੈ। ਔਰ ਜਿਵੇਂ ਮੈਂ ਤੁਹਾਨੂੰ ਕਿਹਾ, ਸਨ ਹੈ ਜਿਹੜਾ, ਉਹ ਸਿਰਫ ਵਿਟਾਮਿਨ ਡੀ 'ਚ ਹੈਲਪ ਨਹੀਂ ਕਰਦਾ, ਬਹੁਤ ਚੀਜ਼ਾਂ 'ਚ ਹੈਲਪ ਕਰਦਾ। ਤਾਂ ਜ਼ਰੂਰੀ ਆਫ ਕੋਰਸ ਬੈਠਣਾ ਚਾਹੀਦਾ। ਪਰ ਘਰਾਂ 'ਚ ਜਿਹੜੀਆਂ ਬੁੜੀਆਂ ਹੁੰਦੀਆਂ ਨੇ, ਉਹ ਤਾਂ ਕਹਿੰਦੀਆਂ ਨੇ ਨਾ ਪੁੱਤ ਤੂੰ ਕੰਮ ਨਾ ਕਰ, ਤੂੰ ਪੈ ਜਾ ਮੰਜੇ 'ਤੇ, ਪੈ ਜਾ ਆਰਾਮ ਕਰ, ਆਹ ਤੇਰੇ ਦਿਨ ਜਿਹੜੇ ਕੰਮ ਕਰਨ ਦੇ ਨਹੀਂ ਹੈਗੇ, ਤੂੰ ਪੈ ਜਾ। ਅਤੇ ਜਦੋਂ ਪੈ ਜਾਂਦੀਆਂ ਨੇ ਫਿਰ ਧੁੱਪ ਦੇਖਣਾ ਤਾਂ ਬੜਾ ਔਖਾ ਕੰਮ। ਦੇਖੋ ਆਪਣੇ ਸਰੀਰ ਨੂੰ ਐਕਟਿਵ ਰੱਖਣਾ ਬਹੁਤ ਜ਼ਰੂਰੀ ਹੈ। ਚਾਹੇ ਪਰਸਨ ਪ੍ਰੈਗਨੈਂਟ ਹੈ, ਕੋਈ ਲੇਡੀ, ਚਾਹੇ ਉਹ ਪ੍ਰੈਗਨੈਂਟ ਨਹੀਂ ਹੈ। ਹਾਂਜੀ, ਪ੍ਰੈਗਨੈਂਸੀ 'ਚ ਹੋਰ ਜ਼ਰੂਰੀ ਹੈ ਕਿ ਤੁਸੀਂ ਐਕਟਿਵ ਰੱਖੋ। ਅਗਰ ਤੁਹਾਨੂੰ ਕੋਈ ਮੈਡੀਕਲ ਕੰਪਲੀਕੇਸ਼ਨ ਹੈ, ਤੁਹਾਨੂੰ ਦੱਸਿਆ ਗਿਆ ਬੈੱਡ ਰੈਸਟ, ਉਹ ਅਲੱਗ ਚੀਜ਼ ਹੈ। ਮੈਂ ਉੱਥੇ ਨਹੀਂ ਇੰਟਰਫੇਅਰ ਕਰੂੰਗੀ ਕਿ ਕਹੂੰਗੀ ਤਾਂ ਬਾਹਰ ਮੰਜਾ ਡਾ ਕੇ ਰੈਸਟ ਕੀਤੀ ਜਾ ਸਕਦੀ ਹੈ। ਬਿਲਕੁਲ ਕੀਤੀ ਜਾ ਸਕਦੀ ਹੈ। ਦੇਖੋ ਆਈਡੀਅਲ ਇਹੀ ਹੈ, ਜਿੰਨਾ ਜੇ ਸਰਦੀਆਂ ਤਾਂ ਧੁੱਪ 'ਚ ਬੈਠੋ। ਈਵਨ ਕਿ ਹਾਂਜੀ, ਜਿਹੜੇ ਹੁਣ ਮੇਰੇ ਕੋਲ ਕਈ ਕਲਾਇੰਟਸ ਹੈ, ਮੈਂ ਉਹਨਾਂ ਨੂੰ ਕਹਿੰਦੀ ਹਾਂ ਜਿੰਨੀ ਦੇਰ ਧੁੱਪ ਹੈ, ਸਪੈਸ਼ਲੀ ਜਿਹਨਾਂ ਦੇ ਲੀਵਰ ਦੀ ਪ੍ਰੋਬਲਮ ਹੈ ਜਾਂ ਥੋੜ੍ਹੀ ਮੂਡ ਦੀ ਪ੍ਰੋਬਲਮ ਹੈ ਨਾ, ਵਿਟਾਮਿਨ ਡੀ ਦੀ ਕਮੀ ਹੈ, ਮੈਂ ਉਹਨਾਂ ਨੂੰ ਇਹੀ ਕਹਿੰਦੀ ਹਾਂ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਤੱਕ ਸੂਰਜ ਹੈ, ਜੇ ਤੁਸੀਂ ਸਬਜ਼ੀ ਵੀ ਕੱਟਣੀ ਹੈ ਨਾ, ਉਹ ਤੁਸੀਂ ਧੁੱਪੇ ਜਾਓ, ਉੱਥੇ ਬੈਠ ਕੇ ਕੱਟੋ, ਕਿ ਜਿੰਨਾ ਸੂਰਜ ਲੈ ਸਕਦੇ ਹੋ ਤੁਸੀਂ ਲਓ। ਅਤੇ ਮੈਨੂੰ ਲੱਗਦਾ ਕਿ ਇਹ ਪੂਰੀ ਜਾਣਕਾਰੀ ਤੁਸੀਂ ਜਾਂਦੇ ਕੋਈ ਟਿਪ ਆਫ ਦਾ ਇੰਟਰਵਿਊ ਦੇਣਾ ਚਾਹੋਗੇ ਇਹਦੇ ਵਾਸਤੇ, ਵਿਟਾਮਿਨ ਡੀ ਵਾਸਤੇ? ਹਾਂਜੀ ਜ਼ਰੂਰ। ਦੇਖੋ ਮੇਰਾ ਸਭ ਤੋਂ ਵੱਡਾ ਟਿਪ ਤਾਂ ਇਹੀ ਹੈ ਕਿ ਦੇਖੋ ਸੂਰਜ ਹੈ, ਫ੍ਰੀ ਹੈ, ਇਹਦਾ ਕੋਈ ਪੈਸਾ ਨਹੀਂ, ਇਹਦਾ ਕੋਈ ਮੁੱਲ ਨਹੀਂ ਹੈਗਾ। ਉਹਦੇ ਲਈ ਤੁਹਾਨੂੰ ਕੋਈ ਸਪੈਸ਼ਲ ਟਾਈਮ ਨਹੀਂ ਕੱਢਣਾ ਪੈਂਦਾ ਕਿ ਤੁਸੀਂ ਜਾਓ ਧੁੱਪ 'ਚ ਬੈਠੋ। ਔਰ ਜਿਵੇਂ ਮੈਂ ਕਿਹਾ ਕਿ ਇਹ ਨਹੀਂ ਹੈ ਕਿ ਸਿਰ 'ਤੇ ਸਕਾਰਫ ਲਿਆ ਹੋਇਆ, ਆਪਾਂ ਸ਼ਾਲ ਵੀ ਲਿਆ ਹੋਇਆ, ਉਹ ਪਲੀਜ਼ ਨਾ ਕਰੋ। ਠੀਕ ਹੈ। ਅਤੇ ਜਿੰਨਾ ਤੁਸੀਂ ਆਪਣੀ ਬਾਡੀ ਨੂੰ ਜ਼ਿਆਦਾ ਤੋਂ ਜ਼ਿਆਦਾ ਐਕਸਪੋਜ਼ ਕਰ ਸਕਦੇ ਹੋ ਪਲੀਜ਼ ਕਰੋ। ਔਰ ਤੁਸੀਂ ਆਪ ਹੀ ਚੇਂਜਸ ਦੇਖੋਗੇ ਕਿ ਤੁਹਾਨੂੰ ਆਪਣੇ ਮੂਡ 'ਚ ਹੀ ਚੇਂਜ ਲੱਗਣਾ ਸ਼ੁਰੂ ਹੋ ਜਾਏਗਾ, ਨੀਂਦ ਆਉਣੀ ਬੈਟਰ ਹੋ ਜਾਏਗੀ, ਇਹ ਚੀਜ਼ਾਂ ਇੰਪਰੂਵ ਹੋਣ ਲੱਗ ਜਾਂਦੀਆਂ। ਇਹ ਚੰਗੀ ਸਿਹਤ ਦੀਆਂ ਨਿਸ਼ਾਨੀਆਂ। ਕੁੜੀਆਂ ਜਿਹੜੀਆਂ ਨੇ ਉਹ ਇੱਧਰੋਂ ਅੱਡ ਅੱਡ ਜਰਾਬਾਂ ਚੜਾ ਕੇ ਹੱਥਾਂ 'ਤੇ ਵੀ ਅਤੇ ਪੈਰਾਂ 'ਤੇ ਵੀ, ਅਤੇ ਉਹ ਮੂੰਹ ਵੀ ਲਪੇਟ ਕੇ ਵੀ ਧੁੱਪ ਲੱਗ ਨਾ ਜਾਵੇ, ਉਹਨਾਂ ਦਾ ਤਾਂ ਬਹੁਤ ਬੁਰਾ ਹਾਲ ਹੋ ਜਾਂਦਾ ਹੋਣਾ। ਹਾਂਜੀ ਗੱਲ ਸਹੀ ਹੈ। ਆਪਣੀ ਨਾ ਕੰਟਰੀ 'ਚ ਇੱਕ ਪ੍ਰੋਬਲਮ ਹੈ, ਗੋਰੇ ਰੰਗ ਨੂੰ ਨਾ ਇੱਕ ਕੁੜੀਆਂ 'ਚ ਇੱਕ ਚੰਗੀ ਚੀਜ਼ ਮੰਨਿਆ ਜਾਂਦਾ ਹੈ। ਠੀਕ ਹੈ। ਜਿਹੜੀ ਕਿ ਬਿਲਕੁਲ ਵੀ ਸਹੀ ਨਹੀਂ ਹੈ। ਕਿ ਅਗਰ ਤੁਸੀਂ ਕੁੜੀ ਦਾ ਵਿਆਹ ਕਰਨਾ, ਸਭ ਤੋਂ ਪਹਿਲਾਂ ਇਹ ਕਿਹਾ ਜਾਂਦਾ ਕੁੜੀ ਤਾਂ ਬਹੁਤ ਗੋਰੀ ਚਿੱਟੀ ਹੈ। ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ। ਠੀਕ ਹੈ। ਇੱਕ ਚੰਗਾ ਰਿਲੇਸ਼ਨਸ਼ਿਪ ਬਣਾਉਣ ਲਈ ਇਨਸਾਨ ਨੂੰ ਚੰਗੇ ਹੋਣਾ ਚਾਹੀਦਾ ਹੈ। ਠੀਕ ਹੈ। ਸੋ ਮੇਰੀ ਤਾਂ ਇਹੀ ਸਲਾਹ ਹੈ ਕਿ ਕੁੜੀਆਂ ਆਪਣਾ ਕੌਨਫੀਡੈਂਸ ਵਧਾਓ, ਆਪਣੀ ਪਰਸਨੈਲਿਟੀ ਵਧਾਓ। ਇਹ ਰੰਗ ਰੁੰਗ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਨਾ, ਕਿ ਤੁਸੀਂ ਆਪਣੇ ਆਪ ਨੂੰ ਸਨ 'ਚ ਐਕਸਪੋਜ਼ ਜਿੰਨਾ ਕਰ ਸਕਦੇ ਹੋ, ਸਗੋਂ ਨੈਚੁਰਲੀ ਓਨਾ ਕਰੋ, ਤਾਂ ਕਿ ਜਿਹੜੀ ਫਿਊਚਰ ਆਪਣੀਆਂ ਟਰਬਲਸ ਹੈ ਉਹਨਾਂ ਨੂੰ ਤੁਸੀਂ ਸੇਵ ਕਰ ਸਕੋ। ਮੁੰਡਿਆਂ ਨੂੰ ਵੀ ਇਹ ਕਹਿਣਾ ਚਾਹੀਦਾ ਵੀ ਗੋਰਾ ਰੰਗ ਦੇਖ ਕੇ ਬਿਮਾਰੀਆਂ ਦਾ ਘਰ ਨਾ ਚੁੱਕ ਲਿਆਇਓ, ਵੀ ਜੇ ਹੁਣ ਬਾਹਰ ਨਿਕਲਦੀ ਨਾ ਹੋਵੇ ਮੂੰਹ ਲਪੇਟ ਕੇ, 15 ਤਰ੍ਹਾਂ ਦੀਆਂ ਉਹਨੂੰ ਬਿਮਾਰੀਆਂ ਲੱਗੀਆਂ ਹੋਣ, ਫਿਰ ਗੋਰਾ ਰੰਗ ਕੀ ਕਰ ਲਏਗਾ? ਹਾਂ ਨਹੀਂ, ਬਿਲਕੁਲ ਸਹੀ ਹੈ। ਦੇਖੋ ਇਹ ਇਸ ਚੀਜ਼ ਤੋਂ ਆਪਣੀ ਸੁਸਾਇਟੀ ਨੂੰ ਉੱਪਰ ਉੱਠਣਾ ਚਾਹੀਦਾ ਹੈ ਕਿ ਆਪਣੀ ਸੁਸਾਇਟੀ 'ਚ ਗੋਰੇ ਰੰਗ ਨੂੰ ਵਧੀਆ ਮੰਨਿਆ ਜਾਂਦਾ। ਕਿਸੇ ਦਾ ਰੰਗ ਥੋੜ੍ਹਾ ਜਿਹਾ ਡਾਰਕ ਹੁੰਦਾ ਹੈ, ਉਹ ਸੋਚਦੇ ਆ ਇਹ ਬੰਦਾ ਸੋਹਣਾ ਨਹੀਂ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਰੰਗ 'ਤੇ ਡਿਪੈਂਡ ਕਰਦਾ ਕੋਈ ਬੰਦਾ ਸੋਹਣਾ ਹੈ ਕਿ ਨਹੀਂ। ਠੀਕ ਹੈ। ਇੱਕ ਬੰਦਾ ਡਾਰਕ ਕੰਪਲੈਕਸ਼ਨ ਦਾ ਹੋ ਕੇ ਵੀ ਬਹੁਤ ਸੋਹਣਾ ਲੱਗ ਸਕਦਾ ਹੈ। ਬੰਦੇ ਦੀ ਪਰਸਨੈਲਿਟੀ ਹੈ ਜਿਹੜੀ ਉਹਨੂੰ ਸੋਹਣਾ ਜਾਂ ਉਹ ਬਣਾਉਂਦੀ ਹੈ ਨਾ, ਕਿ ਅਗਲੀ ਕਹਿ ਸਕਦੇ ਹੋ। ਕੋਈ ਬੰਦਾ ਦੇਖੋ ਸੋਹਣਾ ਹੋਏ, ਜਿਵੇਂ ਤੁਸੀਂ ਕਹਿ ਰਹੇ ਹੋ ਹੈ ਨਾ, ਬਿਮਾਰੀਆਂ ਲੱਗੀਆਂ ਹੋਣ, ਜਾਂ ਆਪਾਂ ਕਹਿ ਦਿੰਦੇ ਉਹਦਾ ਕੈਰੈਕਟਰ ਹੀ ਚੰਗਾ ਨਾ ਹੋਵੇ, ਡਿਪਰੈਸ਼ਨ 'ਚ ਹੋਵੇ, ਤੁਹਾਨੂੰ ਆਉਂਦੇ ਸਰ ਗਾਲਾਂ ਕੱਢਣ ਲੱਗ ਸਹੀ ਗੱਲ ਹੈ ਨਾ। ਤਾਂ ਉਹਦਾ ਮਤਲਬ ਕਿ ਜਦ ਤੁਸੀਂ ਲਾਈਫ ਪਾਰਟਨਰ ਚੁਣਨਾ, ਦੇਖੋ ਆਪਾਂ ਥੋੜ੍ਹੇ ਟੌਪਿਕ ਤੋਂ ਹਟ ਕੇ ਹਾਂ, ਪਰ ਮੈਨੂੰ ਇਹ ਹੈ ਕਿ ਚੰਗੀ ਸਿਹਤ, ਚੰਗੀ ਪਰਸਨੈਲਿਟੀ ਦੇਖੋ, ਹੈ ਨਾ।
ਨਹੀਂ, ਟੌਪਿਕ ਤੋਂ ਹਟ ਕੇ ਨਹੀਂ ਹੈ ਕਿ ਵਿਟਾਮਿਨ ਡੀ ਦੀ ਉਹ ਗੱਲ ਕਰ ਰਹੇ ਹਾਂ, ਜਿਹੜਾ ਬਾਹਰ ਨਹੀਂ ਨਿਕਲਦਾ ਉਹ ਧੁੱਪ ਤੋਂ ਬਚੇਗਾ, ਤੇ ਧੁੱਪ ਤੋਂ ਬਚੇਗਾ, ਅੰਦਰ ਲਪੇਟ ਕੇ ਰੱਖੇਗਾ ਤਾਂ ਬਿਮਾਰੀਆਂ ਅੰਦਰ ਆਉਣਗੀਆਂ। ਤੇ ਗੋਰੇ ਰੰਗ ਦੀ ਗੱਲ ਚੱਲ ਰਹੀ ਸੀ ਵੀ ਲੋਕੀ ਗੋਰੇ ਰੰਗ ਨੂੰ ਜ਼ਿਆਦਾ ਪਸੰਦ ਕਰਦੇ ਆ, ਇਸ ਕਰਕੇ ਉਹ ਧੁੱਪ ਤੋਂ ਬਚਦੀਆਂ ਨੇ ਕੁੜੀਆਂ, ਉਹਦੇ ਨਾਲ ਹੀ ਰਿਲੇਟਡ ਹੈਗਾ। ਤੇ ਬੇਨਤੀ ਹੈ ਕਿ ਤੁਸੀਂ ਗੋਰੇ ਰੰਗ ਦੇ ਕੰਨੀ ਨਾ ਜਾਇਓ, ਉਹਨੂੰ ਕਹੋ ਵੀ ਕੁੜੀਆਂ ਨੂੰ ਵੀ ਚਾਹੀਦਾ ਵੀ ਆਪਣਾ ਧੁੱਪ ਦੇ ਵਿੱਚ ਸਾਰਾ ਜਿਹੜਾ ਸਰੀਰ ਨੂੰ ਜਿੰਨੀ ਕੁ ਧੁੱਪ ਲੱਗਦੀ ਹੈ ਵੱਧ ਤੋਂ ਵੱਧ ਲਵਾਉਣੀ ਚਾਹੀਦੀ ਹੈ, ਤਾਂ ਕਿ ਬਿਮਾਰੀਆਂ ਤੋਂ ਬਚ ਸਕਣ। ਕਹਿਣਾ ਚਾਹੁੰਦੀ ਇੱਕ ਚੀਜ਼ ਹੋਰ ਮੈਂ ਕਹਿਣਾ ਚਾਹੂੰਗੀ, ਜਦੋਂ ਤੁਸੀਂ ਧੁੱਪ 'ਚ ਬੈਠਣਾ ਸਨਸਕ੍ਰੀਨ ਲਗਾ ਕੇ ਨਹੀਂ ਬੈਠਣਾ, ਕਿਉਂਕਿ ਆਪਾਂ ਇਹ ਵੀ ਸੋਚਦੇ ਹਾਂ ਹੁਣ ਮੈਂ ਧੁੱਪ 'ਚ ਚੱਲੀ ਹਾਂ ਤੇ ਮੈਂ ਸਨਸਕ੍ਰੀਨ ਲਗਾ ਲਾਂ, ਉਹ ਬਹੁਤ ਗਲਤ ਹੈ, ਕਿਉਂਕਿ ਸਨਸਕ੍ਰੀਨ ਹੈ ਸਨ ਨੂੰ ਬਲੌਕ ਕਰਨ ਵਾਸਤੇ ਹੈ, ਤੇ ਜੇ ਆਪਾਂ ਉਹ ਲਗਾ ਲਈ ਉਹ ਫਿਰ ਅਗੇਨ ਪ੍ਰੋਬਲਮ ਹੈ। ਠੀਕ ਹੈ ਕਿ ਤੁਸੀਂ ਉਸ ਤੋਂ ਬਾਅਦ ਜਾ ਕੇ ਆਪਣੇ ਘਰ ਦੇ ਨੁਸਖੇ ਕਰ ਲਓ, ਕੁਛ ਆਪਣੇ ਮੂੰਹ ਤੇ ਟਮਾਟਰ ਲਗਾ ਲਓ, ਕੋਈ ਖੀਰੇ ਦਾ ਜਾਂ ਵੇਸਣ ਦਾ ਲਗਾ ਕੇ ਆਪਣਾ ਪੈਕ ਲਗਾ ਲਓ, ਹਾਂ, ਜਿਹਦੇ ਨਾਲ ਕਿ ਜਿਹੜੀ ਤੁਹਾਡੀ ਟੈਨਿੰਗ ਹੋਈ ਹੈ ਸਨ ਤੋਂ ਉਹ ਠੀਕ ਹੋ ਸਕਦੀ ਹੈ। ਬਰਫ਼ ਰਗੜ ਸਕਦੇ ਹਾਂ ਥੋੜੀ, ਬਰਫ਼ ਰਗੜ ਲਓ, ਜਾਂ ਟੈਨਿੰਗ ਉਤਾਰਨ ਲਈ ਹੋਰ ਬਹੁਤ ਤਰੀਕੇ ਹੈਗੇ ਆ, ਪਰ ਜਦੋਂ ਸਨ 'ਚ ਜਾਣਾ ਉਦੋਂ ਸਨਸਕ੍ਰੀਨ ਲਗਾ ਕੇ ਨਾ ਜਾਓ। ਬਹੁਤ ਧੰਨਵਾਦ, ਤੁਸੀਂ ਪੂਰੀ ਜਾਣਕਾਰੀ ਵਿਟਾਮਿਨ ਡੀ ਦੇ ਸੰਬੰਧ ਵਿੱਚ ਦਿੱਤੀ ਹੈ ਤੇ ਮੁੰਡੇ ਕੁੜੀਆਂ ਨੂੰ ਵੀ ਝਾੜ ਪਾ ਦਿੱਤੀ ਹੈ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਸੋ ਇਹ ਸਨ ਅਮਨਦੀਪ ਕੌਰ ਜੀ, ਹੈਲਥ ਕੋਚ ਨੇ, ਤੇ ਬਹੁਤ ਵਿਸਥਾਰ ਦੇ ਨਾਲ ਬਰੀਕ ਤੋਂ ਬਰੀਕ ਚੀਜ਼ ਦੇ ਕੱਢ ਕੇ ਜਿਹੜੇ ਟਿਪਸ ਤੁਹਾਡੇ ਸਾਹਮਣੇ ਰੱਖੇ ਨੇ। ਬਹੁਤ ਐਸੀਆਂ ਐਸੀਆਂ ਨੇ ਜਿਹੜੀਆਂ ਕਿ ਸ਼ਾਇਦ ਅੱਜ ਨਵੀਆਂ ਹੋਣਗੀਆਂ। ਵਿਟਾਮਿਨ ਡੀ ਦਾ ਗੋਲ ਬਲੈਡਰ ਦੇ ਨਾਲ ਕੀ ਸੰਬੰਧ ਹੈ, ਵਿਟਾਮਿਨ ਡੀ ਦਾ ਲੀਵਰ ਦੇ ਨਾਲ ਕੀ ਸੰਬੰਧ ਹੈ, ਜਦੋਂ ਗੋਲ ਬਲੈਡਰ ਨਿਕਲ ਜਾਂਦਾ ਬਾਡੀ ਦੇ ਅੰਦਰੋਂ ਤਾਂ ਕਿੱਦਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ, ਡਿਪਰੈਸ਼ਨ ਆ ਰਿਹਾ, ਬੋਨਸ ਦੇ ਵਿੱਚ ਕਮਜ਼ੋਰੀ ਆ ਰਹੀ ਹੈ, ਅੱਖਾਂ ਕਮਜ਼ੋਰ ਹੋ ਰਹੀਆਂ ਨੇ। ਆਪਾਂ ਸੋਚਦੇ ਹਾਂ ਵੀ ਇਹਦੇ 'ਚ ਕੁਝ ਹੋਰ ਕਾਰਨ ਨੇ, ਪਰ ਗੋਲ ਬਲੈਡਰ ਨਿਕਲਿਆ ਉਸ ਤੋਂ ਬਾਅਦ ਪ੍ਰੋਬਲਮ ਆਉਣੀਆਂ ਸ਼ੁਰੂ ਹੋਈਆਂ। ਗੋਲ ਬਲੈਡਰ ਜਿਨ੍ਹਾਂ ਦੇ ਨਹੀਂ ਹੈਗਾ ਉਹਨਾਂ ਨੂੰ ਕੀ ਕਰਨਾ ਚਾਹੀਦਾ, ਤੇ ਇਹ ਵਿਟਾਮਿਨ ਡੀ ਦੇ ਸੋਰਸ ਕਿਹੜੇ ਹੈਗੇ ਨੇ, ਕਿਹੜੇ ਸਮੇਂ 'ਤੇ ਲੈਣਾ ਚਾਹੀਦਾ, ਕਿਹਨਾਂ ਲੋਕਾਂ ਲਈ ਬੇਹੱਦ ਜ਼ਰੂਰੀ ਹੈਗਾ, ਤੇ ਜੇਕਰ ਕਿਤੋਂ ਨਹੀਂ ਵੀ ਮਿਲ ਰਿਹਾ ਤਾਂ ਉਹਦੇ ਆਪਣੇ ਕੋਲ ਕਿਹੜੇ ਸਾਧਨ ਨੇ। ਅੱਜ ਵਿਸਥਾਰ ਦੇ ਨਾਲ ਜਾਣਕਾਰੀ ਤੁਹਾਡੇ ਰੂਬਰੂ ਕਰ ਦਿੱਤੀ ਗਈ ਹੈ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ, ਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਇਹੋ ਜਿਹੀਆਂ ਜਾਣਕਾਰੀਆਂ ਮੁਫਤ 'ਚ ਮਿਲਣ ਵਾਲੀਆਂ ਜਾਣਕਾਰੀਆਂ ਲੰਗਰ ਲਾਉਣ ਦੇ ਬਰਾਬਰ ਹੈ। ਕਿਉਂਕਿ ਆਪਾਂ ਜਾ ਕੇ ਲੰਗਰ ਲਾਉਂਦੇ ਹਾਂ, ਦਾਨ ਪੁੰਨ ਕਰਦੇ ਹਾਂ, ਤੇ ਉਹ ਪਤਾ ਨਹੀਂ ਕਿਹੜੇ ਹੱਥਾਂ 'ਚ ਜਾਂਦਾ ਤੇ ਕਿਹਨਾਂ ਨੂੰ ਲੋੜੀਂਦਾ ਹੁੰਦਾ ਵੀ ਹੈ ਜਾਂ ਨਹੀਂ ਹੁੰਦਾ, ਉਹਨਾਂ ਦੇ ਕੋਲ ਚਲਾ ਜਾਂਦਾ। ਜੇਕਰ ਅਜਿਹੀਆਂ ਜਾਣਕਾਰੀਆਂ ਆਪਾਂ ਦਿੰਦੇ ਹਾਂ ਤਾਂ ਇਹ ਉਹਨਾਂ ਦੇ ਕੋਲ ਹੀ ਜਾਣਗੀਆਂ, ਇਹ ਪੱਕਾ, ਜਿਨ੍ਹਾਂ ਨੂੰ ਇਹਦੀ ਲੋੜ ਹੋਏਗੀ। ਤੇ ਜਿਨ੍ਹਾਂ ਕੋਲ ਚਲੀਆਂ, ਜਿਨ੍ਹਾਂ ਨੂੰ ਨਹੀਂ ਵੀ ਲੋੜ, ਜੇ ਉਹਨਾਂ ਕੋਲ ਵੀ ਚਲੀਆਂ ਗਈਆਂ ਤਾਂ ਉਹਨਾਂ ਨੂੰ ਵੀ ਭਵਿੱਖ ਸਵਾਰਨ ਦੇ ਵਿੱਚ ਹੀ ਮਦਦ ਕਰਨਗੀਆਂ, ਨੁਕਸਾਨ ਕਿਤੇ ਨਹੀਂ ਕਰਨ ਲੱਗੀਆਂ। ਸੋ ਉਮੀਦ ਕਰਦੇ ਹਾਂ ਕਿ ਇਸ ਗੱਲਬਾਤ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ, ਤੇ ਸ਼ੇਅਰ ਕਰਨ ਤੋਂ ਬਾਅਦ ਜਿਹੜੇ ਲੋਕਾਂ ਕੋਲ ਇਹ ਆਏਗੀ ਉਹ ਅੱਗੇ ਸ਼ੇਅਰ ਕਰਨਗੇ ਤੇ ਆਪਣੇ ਕੋਲ ਵੀ ਸੰਜੋ ਕੇ ਰੱਖਣਗੇ, ਤਾਂ ਕਿ ਭਵਿੱਖ ਦੇ ਵਿੱਚ ਇਹਨਾਂ ਜਾਣਕਾਰੀਆਂ ਦੇ ਵਿੱਚ ਜੇ ਕਦੇ ਵੀ ਤੁਹਾਨੂੰ ਸਰੀਰ ਦੇ ਵਿੱਚ ਕੋਈ ਕਮੀ ਆਉਂਦੀ ਹੈ ਤੇ ਇਸ ਵੀਡੀਓ ਨੂੰ ਚਲਾ ਕੇ ਦੇਖਿਆ ਜਾਵੇ ਵੀ ਜੇ ਸਾਡੇ 'ਚ ਕਮੀ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।